ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਅਤੇ ਪੰਜਾਬ ਦੇ ਸਿਆਸੀ ਮਸਲਿਆਂ ਉੱਤੇ ਤਿੱਖਾ ਤੇ ਵਿਵਾਕ ਵਿਸ਼ਲੇਸ਼ਣ ਕਰਨ ਵਾਲੇ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468 272 2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468 272 2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਣਾ ਟੌਨੀ ਟਰਕੀਆਣਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503। ਗੁਰਦੀਪ ਸਿੰਘ ਬਿਰਦੀ ਗਲੋਬਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਬਾ ਸਿਟੀ, ਗੁਰਨਾਮ ਸਿੰਘ ਐਂਟੀਲੋਪ ਤੇ ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468 272 5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 10 ਸਤੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੋਂ। ਆਮ ਆਦਮੀ ਪਾਰਟੀ ਦੇ ਕਹਿੰਦੇ ਲਾਲ ਪਰ ਹੋ ਰਹੇ ਨੇ ਲਗਾਤਾਰ ਬਿੱਟੀ ਜੀ। ਪ੍ਰਵੀਨ ਜੀ, ਤਾਜ਼ੇ ਮਾਮਲੇ ਦੀ ਇੱਕ ਵਾਰ ਫਿਰ ਚਰਚਾ ਛਿੜੀ ਹੈ। ਆਮ ਆਦਮੀ ਪਾਰਟੀ ਦੇ MLA ਖਡੂਰ ਸਾਹਿਬ ਤੋਂ ਮਨਜਿੰਦਰ ਸਿੰਘ ਲਾਲਪੁਰਾ, ਉਹਨਾਂ ਦੀ ਗ੍ਰਿਫਤਾਰੀ ਹੋ ਗਈ ਆ। ਕੱਲ ਨੂੰ ਉਹਨਾਂ ਨੂੰ ਸਜ਼ਾ ਸੁਣਾਈ ਜਾਣੀ ਆ। ਸੋ ਇਸ ਖਬਰ ਨੇ ਇੱਕ ਵੱਡੀ ਚਰਚਾ ਛਿੜੀ ਹੈ ਕਿ ਕੀ ਆਮ ਆਦਮੀ ਪਾਰਟੀ ਦਾ ਕਰੈਕਟਰ ਸਾਰਾ ਹੀ ਇਹੋ ਜਿਹਾ ਜੀ, ਕਿ ਆਮ ਆਦਮੀ ਪਾਰਟੀ ਦੀ ਚੋਣ ਵਿਧੀ ਇਹੋ ਜਿਹੀ ਸੀ। ਦੇਖੋ, ਇਹ ਖਬਰ ਹੁਣ ਸਾਡੇ ਸਾਰੇ ਸਰੋਤਿਆਂ ਤੱਕ ਹੈ ਕਿ ਇਹ ਪੁਰਾਣਾ ਮਾਮਲਾ ਸੀ ਉਹਦਾ। 2013 ਦਾ ਮਾਮਲਾ, ਜਦੋਂ ਇੱਕ ਔਰਤ ਕਹਿੰਦੀ ਹੈ ਕਿ ਉਸ ਸਮੇਂ ਮਨਜਿੰਦਰ ਸਿੰਘ ਲਾਲਪੁਰਾ MLA ਨਹੀਂ ਸੀਗਾ, ਟੈਕਸੀ ਚਲਾਉਂਦੀ ਦੀ ਗੱਡੀ ਕਰਕੇ ਉਹ ਆਪਣੀ ਮਾਸੀ ਦੇ ਮੁੰਡੇ ਦੇ ਵਿਆਹ ਤੇ ਆਏ ਸੀ ਤੇ ਉਹ ਛੇੜਖਾਨੀ ਕੀਤੀ ਤੇ ਜਦੋਂ ਤਾਂ ਕਹਿੰਦੇ ਤੋਂ ਬਾਅਦ ਫਿਰ ਕੁੱਟਮਾਰ ਹੋ ਗਈ, ਹੈ ਨਾ। ਉਹ ਵੀਡੀਓ ਵੀ ਦਿਖਦੀ ਆ, ਪੁਲਿਸ ਵੀ ਧੱਕੇ ਧੁੱਕੇ ਚ ਮਾਰਦੀ ਦਿਖ ਰਹੀ ਆ ਉਸ ਔਰਤ ਨੂੰ। ਉਹ ਵੀਡੀਓ ਬਹੁਤ ਚੱਲੀ ਸੀ ਉਸ ਸਮੇਂ। ਉਹ ਵੀਡੀਓ ਵੀ ਵੱਡਾ ਆਧਾਰ ਬਣੀ ਇਸ ਘਟਨਾਕ੍ਰਮ ਦਾ। ਜੀ ਜੀ, ਬਿਲਕੁਲ। ਤੇ 12 ਸਾਲ ਪੁਰਾਣੇ ਮਾਮਲੇ ਚ 12 ਆਰੋਪੀਆਂ ਨੂੰ 12 ਸਤੰਬਰ ਨੂੰ ਸਜ਼ਾ ਸੁਣਾਈ ਜਾਣੀ ਆ ਤੇ ਲਾਲਪੁਰਾ ਸਣੇ 7 ਜਣੇ ਗ੍ਰਿਫਤਾਰ ਜੀ। ਹੁਣ ਇਹਦੇ ਵਿੱਚੋਂ ਇੱਕ ਆਰੋਪੀ ਦੀ ਮੌਤ ਹੋ ਚੁੱਕੀ ਆ, ਇਸ ਲਈ 11 ਰਹੇ। 11 ਚੋਂ ਇੱਕ ਅੰਦਰ ਹੈ, ਪਹਿਲਾਂ ਹੀ ਤਿਹਾੜ ਜੇਲ੍ਹ ਚ ਹੈ। ਠੀਕ ਹੈ ਜੀ, ਪਿੱਛੇ 10 ਰਹਿ ਗਏ। 10 ਚੋਂ 7 ਫੜ ਲਏ ਮਨਜਿੰਦਰ ਸਿੰਘ ਲਾਲਪੁਰਾ ਸਣੇ, 3 ਅਜੇ ਗ੍ਰਿਫਤਾਰ ਬਾਕੀ ਸੀ। ਸੋ ਇਹਨਾਂ ਨੂੰ ਕੱਲ ਨੂੰ ਸਜ਼ਾ ਸੁਣਾਈ ਜਾਣੀ ਜੀ। ਹੁਣ ਜੇ ਤਾਂ ਇਹ ਸਜ਼ਾ 2 ਸਾਲ ਤੋਂ ਉੱਪਰ ਹੋ ਗਈ ਫਿਰ ਤਾਂ ਮਨਜਿੰਦਰ ਸਿੰਘ ਲਾਲਪੁਰਾ ਦੀ MLA-ਸ਼ਿਪ ਵੀ ਗਈ, ਵਧਾਈਕੀ ਵੀ ਜਾਂਦੀ ਹੈ। ਕਿਉਂਕਿ ਇਸ ਐਕਟ ਦੇ ਤਹਿਤ SC/ST ਐਕਟ 323, 324, 354 ਇਹਦੇ ਤਹਿਤ 1 ਸਾਲ ਤੋਂ ਲੈ ਕੇ 5 ਸਾਲ ਤੱਕ ਦੀ ਸਜ਼ਾ ਹੋ ਸਕਦੀ ਤੇ ਜੇ ਸਜ਼ਾ 3 ਸਾਲ ਜਾਂ ਪਲੱਸ ਹੋਈ ਫਿਰ ਬੇਲ ਵੀ ਨਹੀਂ ਮਿਲਣੀ ਜੀ। ਤੋ ਇਸ ਲਈ ਮਨਜਿੰਦਰ ਸਿੰਘ ਲਾਲਪੁਰਾ ਦੀਆਂ ਮੁਸ਼ਕਲਾਂ ਤਾਂ ਵੱਧ ਗਈਆਂ। ਪਰ ਇਸ ਘਟਨਾਕ੍ਰਮ ਨੇ, ਇਸ ਖਬਰ ਨੇ ਇੱਕ ਵਾਰ ਫਿਰ ਇਹ ਪਹਿਲੂ ਚਰਚਾ ਚ ਲਿਆਂਦਾ ਕਿ ਆਮ ਆਦਮੀ ਪਾਰਟੀ ਨੂੰ ਪੰਜਾਬ ਨੇ ਇਸ ਲਈ ਚੁਣਿਆ ਸੀ ਕਿ ਆਪਣੇ ਆਪ ਨੂੰ ਇਹ ਦੁੱਧ ਧੋਤੀ ਗੰਗਾ ਜਮਨਾ ਨਹਾਤੀ ਹੋਈ ਦੱਸਦੀ ਸੀ। ਠੀਕ ਹੈ ਜੀ। ਲੋਕਾਂ ਨੇ ਇਹਦੇ ਤੇ ਯਕੀਨ ਕੀਤਾ ਕਿ ਸੱਚਮੁੱਚ ਸੱਚੇ ਸੁੱਚੇ ਹੋਣਗੇ, ਸੱਚਮੁੱਚ ਇਮਾਨਦਾਰ ਹੋਣਗੇ। ਲੋਕ ਪਹਿਲੇ ਭ੍ਰਿਸ਼ਟਾਚਾਰੀਆਂ ਤੋਂ, ਠੱਗੀਆਂ ਠੋਰੀਆਂ ਤੋਂ, ਉਹਨਾਂ ਦੇ ਢੰਗ ਤਰੀਕਿਆਂ ਤੋਂ, ਤੂੰ ਉਤਰ ਘਾਟੋ ਮੈਂ ਚੜਾਲੇ ਫਾਰਮੂਲੇ ਤੋਂ ਤੰਗ ਸੀ। ਪਰ ਲੋਕਾਂ ਨੂੰ ਨਹੀਂ ਪਤਾ ਸੀ ਕਿ ਇਹ ਕੱਖੋਂ ਹੋਲੇ ਨਿਕਲਣਗੇ ਜੀ। ਇਹਨਾਂ ਨੇ ਸਮੁੱਚੇ ਸਿਆਸੀ ਸਿਸਟਮ ਤੋਂ ਭਰੋਸਾ ਚੱਕਤਾ ਪੰਜਾਬੀ। ਤੁਸੀਂ ਇਹ ਦੇਖੋ ਕਿ ਇਹ 3.5 ਸਾਲਾਂ ਚ ਇਹਨਾਂ ਦੀ ਸੂਚੀ ਦਰਜਨ ਤੱਕ ਜਾ ਪਹੁੰਚੀ ਹੈ। ਬਿਲਕੁਲ ਬਿਲਕੁਲ। ਕੋਈ ਲੜਾਈ ਚ ਫਸਿਆ, ਕੋਈ ਠੱਗੀ ਚ ਫਸਿਆ, ਕੋਈ ਛੇੜਖਾਨੀ ਚ ਫਸਿਆ, ਕੋਈ ਵੀਡੀਓ ਵਾਲੇ ਮਾਮਲੇ ਚ ਫਸਿਆ। ਮੈਂ ਕਹਿੰਦਾ ਪੁੱਛੋ ਨਾ, ਮੰਤਰੀ ਉਹ ਦੇਖ ਲਓ ਤੁਸੀਂ, ਵਿਜੇ ਸਿੰਗਲਾ, ਫੌਜਾ ਸਿੰਘ ਸਰਾਰੀ, ਬਲਕਾਰ ਸਿੰਘ ਕਟਾਰੂ ਚੱਕ, ਫਿਰ MLA ਅਮਿਤ ਰਤਨ, ਫਿਰ ਗੱਜਣ ਮਾਜਰਾ,
ਫਿਰ MLA ਰਮਨ ਅਰੋੜਾ ਹੈ ਨਾ ਜੀ, ਫਿਰ ਆ ਹਰਮੀਤ ਸਿੰਘ ਪਠਾਨ ਮਾਜਰੇ ਦਾ ਮਾਮਲਾ, ਤੇ ਹੁਣ ਮਨਜਿੰਦਰ ਸਿੰਘ ਲਾਲਪੁਰਾ। ਰਮਨ ਅਰੋੜਾ ਤੇ ਮਨਜਿੰਦਰ ਸਿੰਘ ਲਾਲਪੁਰਾ ਤਾਂ ਹੁਣ ਅੰਦਰ ਨੇ। ਜੀ ਸਹੀ ਹੈ, ਠੀਕ ਹੈ ਨਾ। ਤੇ ਹਰਮੀਤ ਸਿੰਘ ਪਠਾਨ ਮਾਜਰਾ ਜੇ ਲੱਭ ਰਿਹਾ ਇਹਨਾਂ ਨੂੰ। ਸੋ ਇਹ ਇੱਥੋਂ ਅੰਦਾਜ਼ਾ ਲਾ ਲਓ ਕਿ ਇਹਨਾਂ ਦਾ ਕਿਰਦਾਰ ਕਿਹੋ ਜਿਹਾ, ਇਹਨਾਂ ਦਾ ਕਰੈਕਟਰ ਕਿਹੋ ਜਿਹਾ, ਇਹਨਾਂ ਦੀ ਚੋਣ ਵਿਧੀ ਕਹੀ ਜੀ ਹੈ। ਮੈਨੂੰ ਯਾਦ ਆ ਸੁੱਚਾ ਸਿੰਘ ਛੋਟੇ ਪਰ ਕਹਿੰਦੇ ਪਾਰਟੀ ਦੇ ਅੰਦਰ ਇਸ ਗੱਲ ਨੂੰ ਲੈ ਕੇ ਲੜਦੇ ਹੁੰਦੇ ਸੀ ਕਿ ਭਾਈ ਆਪਾਂ ਵਰਕਰਾਂ ਨੂੰ ਪਹਿਲ ਦਈਏ, ਆ ਉੱਪਰੋਂ ਪੈਰਾਸ਼ੂਟੀ ਬੰਦੇ ਜੇ ਨਾ ਤਾਰੀ ਜਾਓ, ਚਿਹਰੇ ਮੋਹਰੇ ਨਾ ਲਿਆਓ, ਪੰਜਾਬ ਇਹਦਾ ਤੋਂ ਅੱਕਿਆ ਵਾ, ਉਹ ਤੁਹਾਨੂੰ ਸਹੀ ਬੰਦਿਆਂ ਨੂੰ ਚਾਹੁੰਦਾ। ਉਹਦੀ ਇਸ ਗੱਲ ਦਾ ਆ ਜੀ ਇਹਦੀ ਵੀਡੀਓ ਆ ਗਈ ਜੀ, ਆਡੀਓ ਆ ਗਈ ਜੀ, ਉਹਨੂੰ ਕੱਢ ਕੇ ਪਰੇ ਮਾਰੇ, ਅੱਜ ਤੱਕ ਨਹੀਂ ਆਡੀਓ ਦਿਖਾਈ ਉਹ। ਸਹੀ ਹੈ। ਤੇ ਸਵਾਲ ਤਾਂ ਇਹ ਹੈ ਕਿ ਇਹ ਆਡੀਓ ਕਲਚਰ, ਵੀਡੀਓ ਕਲਚਰ ਬਣਾ ਲਓ, ਵੀਡੀਓ ਇੱਕ ਦੂਜੇ ਦੀ ਕੌਣ ਲੈ ਕੇ ਆਇਆ? ਹੁਣ ਉਹ ਰਮਨ ਅਰੋੜਾ ਜੀ ਦੀ ਇੱਕ ਮਾਮਲੇ 'ਚ ਹੋਈ ਸੀ, ਜਦ ਇੱਕ ਹੋਰ ਮਾਮਲਾ ਜਿਹਦੇ ਨਾਲ ਜੀ ਉਹਦੇ ਕੋਲ ਕੋਈ ਰਾਜ ਸਿਆਸੀ ਪਰਿਵਾਰਾਂ ਦੇ ਉਹਦਾ ਕਨੈਕਸ਼ਨ ਜੁੜਦਾ ਕੁਝ ਪਰਿਵਾਰਾਂ ਨਾਲ, ਆਉਣ ਜਾਣ, ਆਮਦ, ਮੇਲ ਜੋਲ, ਭ੍ਰਿਸ਼ਟਾਚਾਰੀ ਦੀਆਂ ਕੋਈ ਤਾਰਾਂ ਨੇ, ਉਹ ਰਾਜ ਨਾਲ ਖੋਲ ਦੇ, ਉਸ ਨੂੰ ਟੰਗਿਆ ਜਾ ਰਿਹਾ। ਸਹੀ। ਇੱਧਰ ਜਿਹੜਾ ਪਠਾਨ ਮਾਜਰਾ, ਉਹਦੇ ਮਾਮਲੇ 'ਚ ਵੀ ਚਰਚਾ ਕਿ ਭਾਈ ਉਹ ਤਾਂ ਸਰਕਾਰੀ ਫੁੱਫੜ ਸੀ, ਤਾਂ ਸਰਕਾਰ ਦਾ ਮਤਲਬ ਮੁੱਖ ਮੰਤਰੀ ਭਗਵੰਤ ਮਾਨ ਦੀ ਧਰਮ ਪਤਨੀ ਦਾ ਰਿਸ਼ਤੇ 'ਚ ਫੁੱਫੜ ਲੱਗਦਾ ਹੈ, ਤੇ ਫਿਰ ਜਵਾਈ ਭਾਈ ਮਾਨ ਉਹਦਾ ਦਬਦਬਾ ਚੱਲਦਾ ਸੀ ਪੂਰਾ। ਸਹੀ। ਉਹਨੇ ਪੂਰੀਆਂ ਚੰਮਦੀਆਂ ਚਲਾਈਆਂ, ਤੇ ਹੁਣ ਕੁਝ ਤਰ੍ਹਾਂ ਕਹਿੰਦੀਆਂ ਵੀ ਕਿ ਉਹ ਦੂਜੀ ਸ਼ਹਿ ਤੇ ਬਚਿਆ ਹੋਇਆ, ਕਿ ਉਹਦੇ ਤੇ ਵੱਡੇ ਤਖਤ ਵਾਲਿਆਂ ਦਾ ਆਸ਼ੀਰਵਾਦ ਹੈ, ਇਸ ਲਈ ਪੁਲਿਸ ਨੂੰ ਫੜ ਨਹੀਂ ਪਾ ਰਹੀ। ਕੁਝ ਕਹਿੰਦੇ ਨਹੀਂ, ਅਜੇ ਵੀ ਰਿਸ਼ਤੇਦਾਰੀ ਪਕਾਈ ਜਾ ਰਹੀ ਹੈ, ਗ੍ਰਹਿ ਮੰਤਰਾਲਾ ਵੀ ਆਪਣੇ ਕੋਲੇ ਇਸ ਲਈ ਨਹੀਂ ਉਹਨਾਂ ਦੀ ਪੁਲਿਸ ਫੜ ਰਹੀ, ਦਿੱਲੀ ਵਾਲੇ ਕਰ ਲਓ ਬੱਚੇ ਫੜ ਲਓ। ਕੁਝ ਕਹਿੰਦੇ ਕਿ ਦਿੱਲੀ ਵਾਲੇ ਹੁਣ ਉਹਦੇ ਤੇ ਦਬਾਅ ਬਣਾ ਰਹੇ ਨੇ ਕਿ ਤੈਨੂੰ ਬਾਹਰ ਬਚਾ ਲਾਂਗੇ, ਤੂੰ ਇਹਨਾਂ ਦੇ ਖਿਲਾਫ ਰਾਜ ਖੋਲਦੇ, ਕਿ ਅਸੀਂ ਤਾਂ ਪਹਿਲਾਂ ਹੀ ਤਖਤ ਤੋਂ ਮੁੱਖ ਮੰਤਰੀ ਲਾਉਣਾ। ਇਹਦੇ ਖਿਲਾਫ ਸਾਰੀਆਂ ਧਿਰਾਂ ਵਰਤ ਜਿੰਨੇ ਮੂੰਹ ਉਨੀਆਂ ਗੱਲਾਂ ਨੇ। ਪਰ ਇਹ ਕਿਉਂ ਨੇ? ਜੇ ਤੁਸੀਂ ਅਜਿਹੇ ਮਤਲਬ ਤੁਸੀਂ ਉਮੀਦਵਾਰ ਬਣਾਉਣ ਲੱਗੇ ਚੈੱਕ ਹੀ ਨਹੀਂ ਕਰਦੇ ਕਿ ਕੌਣ ਬੰਦਾ ਕਿਹੋ ਜਿਹਾ। ਬਿਲਕੁਲ। ਮਨਜਿੰਦਰ ਸਿੰਘ ਲਾਲਪੁਰਾ ਦੇ ਉੱਤੇ 5 ਕੇਸ ਚੱਲਦੇ ਆ, ਤੇ ਉਹੀ ਹੈ ਜਿਹਦੇ ਜੀਜੇ ਨੂੰ ਬਚਾਉਣ ਪਿੱਛੇ ਸਾਰੀ ਸਰਕਾਰ ਲੱਗ ਗਈ ਸੀ, ਤੇ ਪੁਲਿਸ ਵਾਲੇ ਨੂੰ ਉਲਟਾ ਟੰਗਦਾ ਸੀ, ਪਰਚਾ ਕੀਤਾ ਸੀ ਜਿਹਨੇ ਰੇਤ ਵਾਲਾ, ਇਹਦਾ ਹੀ ਜੀਜਾ ਸੀ ਉਹ ਲਾਲਪੁਰੇ ਦਾ ਜੀ। ਸੋ ਇਹ ਇੱਥੋਂ ਹਿਸਾਬ ਲਾ ਲਓ ਫਿਰ ਕਿਹੜੀ ਇਮਾਨਦਾਰੀ ਤੇ ਕਿਹੜਾ ਕਿਰਦਾਰ ਤੇ ਕਿਹੜਾ ਕੀ, ਤੇ ਫਿਰ ਇਹ ਟਿਕਟਾਂ ਕਿਵੇਂ ਵੰਡ ਹੋਈਆਂ ਤੇ ਕਿਹੋ ਜਿਹਾ ਭ੍ਰਿਸ਼ਟਾਚਾਰ ਹੋਊਗਾ, ਇਹ ਤਾਂ ਅੰਦਾਜ਼ਾ ਇੱਥੋਂ ਸਪਸ਼ਟ ਲੱਗਦਾ ਕਿ ਸਰਕਾਰ ਦੇ ਲਾਲ ਨੇਰੀ ਮਿੱਟੀ ਨਿਕਲ ਰਹੇ ਨੇ, ਉਹ ਵੀ ਅਜਿਹੀ ਜਿਹਦੇ ਵਿੱਚ ਕੁਝ ਉੱਗੇ ਵੀ ਨਾ ਹੋਣ। ਮੈਨੂੰ ਇਹ ਲੱਗਦਾ ਹੈ ਪ੍ਰਵੀਨ ਜੀ ਕਿ ਆਮ ਆਦਮੀ ਪਾਰਟੀ ਦਾ ਜਨਮ ਪੰਜਾਬ 'ਚ ਹੋਇਆ ਸੀ, ਸਿਆਸੀ ਭੋਗ ਵੀ ਪੰਜਾਬ 'ਚ ਹੋਊ। ਜੀ ਬਿਲਕੁਲ। ਤੁਹਾਨੂੰ ਯਾਦ ਹੋਣਾ ਇਹ ਕਹਿੰਦੇ ਹੁੰਦੇ ਸੀ ਵੀ ਅਕਾਲੀ ਜਿਹੜੇ ਨੇ ਉਹਨਾਂ ਨੇ ਪੁਲਿਸ ਦਾ ਸਿਆਸੀਕਰਨ ਕਰਤਾ, ਪਰ ਤੁਹਾਨੂੰ ਯਾਦ ਹੈ ਆਡੀਓ ਜਿਹਦੇ ਵਿੱਚ ਲਾਲਪੁਰਾ ਪੁਲਿਸ ਅਫਸਰ ਨਾਲ ਗੱਲ ਕਰ ਰਹੇ ਸੀ, ਉਹ ਕਿਸ ਲਹਿਜੇ 'ਚ ਗੱਲ ਕਰ ਰਹੇ ਸੀਗੇ? ਬਾਅਦ ਦੇ ਵਿੱਚ ਜਦੋਂ ਪੁਲਿਸ ਅਫਸਰ ਨੂੰ ਬਹਾਲ ਕੀਤਾ ਗਿਆ ਜਾਂ ਉਹਦੀ ਬਦਲੀ ਹੋਈ ਤਾਂ ਉੱਥੇ ਫੁੱਲਾਂ ਦੀ ਵਰਖਾ ਹੋਈ ਸੀ। ਸ਼ਾਇਦ ਉਹੀ ਵਾਹਿਦ ਮੇਰੇ ਖਿਆਲ 'ਚ ਇੱਕੋ ਇੱਕ ਪੰਜਾਬ 'ਚ ਅਫਸਰ ਹੋਣਾ ਇਹ ਜਾਂ ਪੂਰੇ ਦੇਸ਼ ਦੇ ਪੁਲਿਸ ਸਿਸਟਮ ਦੇ ਵਿੱਚ ਜਿਹਦੇ ਤੇ ਕੋਈ ਫੁੱਲ ਸਿੱਟ ਰਿਹਾ ਜਾਂ ਕੋਈ ਫੁੱਲਾਂ ਦੀ ਵਰਖਾ ਕਰ ਰਿਹਾ। ਤੇ ਅਗਲੀ ਗੱਲ ਕਰੀਏ ਇਹਨਾਂ ਦੀ ਵੀ ਇੱਕ ਇਹਨਾਂ ਦੇ MLA ਵੱਲੋਂ ਚਾੜੇ ਹੋਏ ਚੰਨ ਦੀ, ਪਠਾਨ ਮਾਜਰਾ ਦੇ ਕਹਿੰਦੇ ਮੁੰਡੇ ਤੇ ਪੀਏ ਦੇ ਵੀ ਅਰੈਸਟ ਵਾਰੰਟ ਜਾਰੀ ਹੋ ਗਏ ਜੀ। ਪ੍ਰਵੀਨ ਜੀ ਇਹ ਬਿਲਕੁਲ ਇਹ ਸਵਾਲ ਵੱਡਾ ਬਣਦਾ ਜਾ ਰਿਹਾ ਕਿ ਜੇ ਇਹ ਇੱਕ ਬਲਾਤਕਾਰ ਵਾਲਾ ਮਾਮਲਾ ਹੈ, ਇੱਕ ਔਰਤ ਵੱਲੋਂ ਕੀਤੀ ਸ਼ਿਕਾਇਤ ਵਾਲਾ ਮਾਮਲਾ ਹੈ, ਦੂਜੇ ਵਿਆਹ ਵਾਲਾ ਮਾਮਲਾ ਹੈ, ਹਾਂਜੀ, ਤਾਂ ਇਸ ਮਾਮਲੇ 'ਚ ਫਿਰ ਪਰਿਵਾਰ ਨੂੰ ਕਿਵੇਂ ਤਗੜੀ ਸੀ ਫਿਰਦੇ ਹੋ? ਇਹਦਾ ਮਤਲਬ ਨਾਲ ਸਿਆਸਤ ਹੈ ਨਾ। ਹਰਮੀਤ ਸਿੰਘ ਪਠਾਨ ਮਾਜਰਾ ਇਹਨਾਂ ਨੂੰ ਲੱਭ ਨਹੀਂ ਰਿਹਾ ਹੈ, ਰਾਜਸਥਾਨ ਤੋਂ ਲੈ ਕੇ ਉਹ ਮੱਧ ਪ੍ਰਦੇਸ਼ ਗਵਾਲੀਅਰ ਤੱਕ ਸਾਰਾ ਕੁਝ ਫਰੋਲਾ ਫਰਾਲੀ ਕਰੀ ਜਾਂਦੇ, ਫਰੋਲਾ ਫਰਾਲੀ ਕਰ ਰਹੇ ਨੇ ਕਿ ਜਾਂ ਸਿਰਫ ਦਿਖਾਵੇ ਲਈ ਗੇੜੀਆਂ ਮਾਰ ਰਹੇ ਨੇ। ਇਹ ਤਾਂ ਪੁਲਿਸ ਜਾਣੇ, ਭਗਵੰਤ ਮਾਨ ਜਾਣਨ ਜਾਂ ਦਿੱਲੀ ਵਾਲੇ ਜਾਣਨ, ਕਿਉਂਕਿ ਇੱਥੇ ਪਤਾ ਹੀ ਨਹੀਂ ਕਿਹਦੇ ਹੁਕਮਾਂ ਨਾਲ ਕੀ ਚੱਲ ਰਿਹਾ। ਤੇ ਇਸ ਸਭ ਦੇ ਦਰਮਿਆਨ ਹਰਮੀਤ ਸਿੰਘ ਪਠਾਨ ਮਾਜਰਾ ਉਹਨਾਂ ਦੀ ਧਰਮ ਪਤਨੀ ਹਾਈ ਕੋਰਟ ਪਹੁੰਚਦੀ ਹੈ ਕਿ ਜੀ ਜਾਨ ਮਾਲ ਨੂੰ ਖਤਰਾ ਜੀ, ਸਾਡੀ ਸੁਰੱਖਿਆ ਵੀ ਹਟਾ ਲਈ, ਸਾਰਾ ਕੁਝ ਹਟਾ ਲਿਆ। ਪਰ ਉਧਰ ਹੁਣ ਵਾਰੰਟ ਜਾਰੀ ਇਹਨਾਂ ਦੇ ਮੁੰਡੇ ਦੇ ਵੀ ਤੇ ਪੀਏ ਦੇ ਵੀ, ਹਰਮੀਤ ਸਿੰਘ ਪਠਾਨ ਮਾਜਰਾ ਦੇ ਪੁੱਤਰ ਦੇ ਨਾਂ ਤੇ ਵੀ ਹੈ ਨਾ ਗ੍ਰਿਫਤਾਰੀ ਵਾਰੰਟ ਜਾਰੀ ਹੋ ਗਏ, ਤੇ ਇਹਨਾਂ ਦੇ ਨਾਂ ਵੀ ਗ੍ਰਿਫਤਾਰੀ ਵਾਰੰਟ ਜਾਰੀ ਹੋ ਗਏ। 16 ਜਣਿਆਂ ਦੇ ਖਿਲਾਫ ਗ੍ਰਿਫਤਾਰੀ ਨਵੇਂ ਵਾਰੰਟ ਜਾਰੀ ਹੋਏ। ਪਹਿਲਾਂ ਹਰਿਆਣੇ ਦੇ ਜਿਹੜੇ ਪਿੰਡੋਂ ਹਰਮੀਤ ਸਿੰਘ ਪਠਾਨ ਮਾਜਰਾ ਪੁਲਿਸ ਨੂੰ ਕਹਿੰਦੇ ਝਖਣੀ ਦੇ ਕੇ ਫਰਾਰ ਹੋ ਗਿਆ, ਪੁਲਿਸ ਦੇ ਪੱਖ ਆਇਆ ਜੀ, ਪੁਲਿਸ ਕਹਿੰਦੀ ਜੀ ਗੋਲੀ ਚਲਾਈ, ਉਹ ਕਹਿੰਦਾ ਮੈਂ ਕੋਈ ਕਾਨੂੰਨ ਹੱਥ 'ਚ ਨਹੀਂ ਲਿਆ। ਉੱਥੋਂ 11 ਬੰਦੇ ਸੀ ਪੁਲਿਸ ਨੇ,
ਕਿ ਜੀ ਇਹਨਾਂ ਨੇ ਪਠਾਨ ਮਾਜਰੇ ਨੂੰ ਭਜਾਉਣ 'ਚ, ਹੈਨਾ, ਕਾਨੂੰਨ ਵਿਵਸਥਾ 'ਚ ਅੜਿੱਕਾ ਡਾਉਣ 'ਚ, ਹੈਨਾ, ਤੇ ਕਾਨੂੰਨ ਆਪਣੇ ਹੱਥ 'ਚ ਲੈਣ 'ਚ ਕੋਸ਼ਿਸ਼ ਕੀਤੀ ਜੀ। ਉਹ 11 ਬੰਦਿਆਂ ਤੋਂ ਇਹ ਨਹੀਂ ਪਤਾ ਲੱਗ ਸਕਿਆ ਕਿ ਪਠਾਨ ਮਾਜਰਾ ਕਿੱਥੇ ਆ। ਸਹੀ ਹੈ। ਹੁਣ ਉਹਨਾਂ ਨੂੰ 14 ਦਿਨਾਂ ਦੇ ਜੁਡੀਸ਼ੀਅਲ ਹਿਰਾਸਤ 'ਚ ਭੇਜਤਾ। ਉਹ ਤੋਂ ਬਾਅਦ ਹੁਣ ਇਹ 16 ਜਣਿਆਂ ਦੇ ਖਿਲਾਫ ਹੋਰ ਵਾਰੰਟ ਜਾਰੀ ਹੋ ਗਏ ਜੀ। ਮੁੰਡੇ ਦੇ ਖਿਲਾਫ ਵੀ, ਪੀਏ ਦੇ ਖਿਲਾਫ ਵੀ, ਉਹਨਾਂ ਦੇ ਖਿਲਾਫ ਵੀ ਮਾਮਲਾ ਹੀ ਬਣਾ ਰਹੇ ਨੇ ਕਿ ਇਹਨਾਂ ਨੇ ਜੀ ਉਹਨੂੰ ਭਜਾਉਣ ਦੇ ਵਿੱਚ, ਕਹਿੰਦੇ ਜੀ ਉਹਨੂੰ ਪਠਾਨ ਮਾਜਰੇ ਨੂੰ ਭਜਾਉਣ, ਪਨਾਹ ਦੇਣ ਤੇ ਕਾਨੂੰਨੀ ਵਿਵਸਥਾ ਵਿਗਾੜਨ ਦੇ ਵਿੱਚ ਇਹਨਾਂ ਦਾ ਰੋਲ ਹੈ ਜੀ। ਠੀਕ ਹੈ। ਮੁੰਡੇ ਤੇ ਪੀਏ ਸਣੇ 16 ਜਣਿਆਂ ਦੇ ਮਤਲਬ ਕਿ ਅਰੈਸਟ ਵਾਰੰਟ ਜਾਰੀ ਹੋਏ ਜੀ। ਹੁਣ ਇਹਨੂੰ ਸਿਆਸੀ ਬਦਲਾਖੋਰੀ ਕਹੋਗੇ ਜਾਂ ਇਹ ਸੱਚਮੁੱਚ ਬੜੇ ਇਨਸਾਫ ਪਸੰਦ ਲੋਕਾਂ ਵੱਲੋਂ ਕੀਤੀ ਜਾ ਰਹੀ ਕਾਨੂੰਨੀ ਕਾਰਵਾਈ ਹੈ? ਕਿਉਂਕਿ ਇਹ ਉਹੀ ਬੀਬੀ ਹੈ ਜਿਹੜੀ ਪਹਿਲਾਂ ਪ੍ਰੈਸ ਕਾਨਫਰੰਸਾਂ ਕਰਕੇ ਚੀਕਦੀ ਰਹੀ ਕਿ ਮੇਰਾ ਮਾਮਲਾ ਜਦ ਕਿਉਂ ਨਹੀਂ ਦਿਖਿਆ, ਅਚਾਨਕ ਦੇਖਿਆ। ਮਤਲਬ ਜਦੋਂ ਤੁਹਾਡੇ ਰਿਸ਼ਤੇ ਵਿਗੜ ਗਏ, ਹੈਨਾ, ਫਿਰ ਜੋ ਮਰਜ਼ੀ। ਪਰ ਹੁਣ ਇਹ ਕਈਆਂ ਨੂੰ ਲੈ ਕੇ ਡਿੱਗੂਗਾ ਪਠਾਨ ਮਾਜਰਾ, ਕਈਆਂ ਦੀ ਪਿੱਠ ਲਵਾਊਗਾ, ਜਾਂ ਫਿਰ ਅੰਦਰ ਖਾਤੇ ਕੋਈ ਸੌਦਾ ਹੋ ਜਾਊਗਾ, ਜਾਂ ਫਿਰ ਪੁਲਿਸ ਦੀ ਗਿਰਫਤ ਜਾਊਗਾ। ਜੇ ਬਹੁਤ ਸਵਾਲ ਪਏ ਨੇ, ਅਜੇ ਕਾਫੀ ਕੁਝ ਗੁੰਝਲਾਂ ਖੁੱਲਣੀਆਂ ਬਾਕੀ ਨੇ ਜੀ। ਬਿਲਕੁਲ, ਸਵਾਲ ਬਰਕਰਾਰ ਨੇ, ਪਰ ਸਵਾਲ ਵੈਲਿਡ ਵੀ ਨੇ। ਕਈ ਵਾਰੀ ਸਵਾਲ ਉੱਠ ਰਹੇ ਹੁੰਦੇ ਨੇ, ਪਰ ਮੂਰਲੀ ਧਿਰ ਉਹਨਾਂ ਨੂੰ ਕੰਡੈਮ ਕਰ ਦਿੰਦੀ ਹੈ, ਉਹਨਾਂ ਦਾ ਖੰਡਨ ਕਰ ਦਿੰਦੀ ਹੈ, ਸਫਾਈ ਦੇ ਦਿੰਦੀ ਹੈ, ਜਾਂ ਪਤਾ ਲੱਗਦਾ ਵੀ ਇਹਨਾਂ ਨੇ ਆਹ ਕੰਮ ਕਰਤਾ ਤੇ ਉਹਦੇ ਨਾਲ ਸਵਾਲਾਂ ਨੂੰ ਵਿਰਾਮ ਚਿੰਨ੍ਹ ਲੱਗ ਗਿਆ। ਪਰ ਇੱਥੇ ਤਾਂ ਸਵਾਲ ਸਗੋਂ ਹੋਰ ਜ਼ਿਆਦਾ ਵੱਧ ਰਹੇ ਨੇ ਦਿਨ ਬ ਦਿਨ। ਅਗਲੀ ਗੱਲ ਕਰੀਏ ਮੁੱਖ ਮੰਤਰੀ ਸਾਹਿਬ ਦੀ ਤੇ ਰਾਜਪਾਲ ਸਾਹਿਬ ਦੀ। ਰਾਜਪਾਲ ਆਏ ਸੀ ਉਹਨਾਂ ਦਾ ਹਾਲ ਜਾਣਨ ਦੇ ਲਈ, ਪਰ ਉਹ ਸਵਾਲ ਇਹ ਉੱਠ ਖੜਿਆ ਉਸ ਮੁਲਾਕਾਤ ਦੇ ਵਿੱਚ ਵੀ ਹਾਲ ਜਾਣਨ ਆਏ ਸੀ ਜਾਂ ਮੋਦੀ ਸਾਹਿਬ ਦਾ ਕੋਈ ਸੁਨੇਹਾ ਦੇਣ ਆਏ ਸੀਗੇ? ਦੇਖੋ, ਇੱਕ ਐਸੀ ਰਾਜਨੀਤੀ ਆ, ਕਿਤੇ ਵੀ ਬੰਦੇ ਨੂੰ ਆਪਣੇ ਹੀ ਕਿਸੇ ਬੰਦੇ ਤੇ ਯਕੀਨ ਨਹੀਂ। ਇਹ ਤਾਂ ਆਪਾਂ ਕੱਲ ਪਰਸੋਂ ਹੀ ਗੱਲ ਕਰਕੇ ਹਟੇ ਸੀ ਅਮਨ ਅਰੋੜਾ ਦੇ ਮਾਮਲੇ 'ਚ। ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਵਾਲਿਆਂ ਤੇ ਯਕੀਨ ਨਹੀਂ ਕਰਦੇ, ਦਿੱਲੀ ਵਾਲੇ ਭਗਵੰਤ ਮਾਨ ਤੇ ਯਕੀਨ ਨਹੀਂ ਕਰਦੇ। ਕੱਲੇ ਐਮਐਲਏ ਨੂੰ ਬੁਲਾ ਕੇ ਪੁੱਛਿਆ ਜਾ ਰਿਹਾ ਪਿਛਲੇ ਕਈ ਦਿਨਾਂ ਤੋਂ, ਕਹਿੰਦੇ ਜੀ ਸੈਕਟਰ 39 ਦੇ ਵਿੱਚ ਮਨੀਸ਼ ਸਿਸੋਦੀਆ ਐਂਡ ਪਾਰਟੀ ਪੁੱਛ ਰਹੀ ਆ, ਤੁਸੀਂ ਸਾਡੇ ਨਾਲ ਹੋ ਕਿ ਭਗਵੰਤ ਮਾਨ ਨਾਲ ਹੋ? ਇਹ ਹਾਲ ਹੈ ਇਹਨਾਂ ਦਾ, ਇਸ ਪਾਰਟੀ ਦਾ। ਹੁਣ ਉਹ ਸਭ ਦੇ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਫੇਰੀ ਪੈਂਦੀ ਹੈ ਪੰਜਾਬ ਦੇ ਵਿੱਚ ਹੜ੍ਹਾਂ ਦੇ ਮਾਮਲੇ 'ਚ। ਜੀ। ਉੱਥੇ ਵੀ ਇੱਕ ਬੀਜੇਪੀ ਦਾ ਮਤਲਬ ਬੈਠਕ ਦਾ ਸ਼ੋਅ ਸਾਹਮਣੇ ਆਉਂਦਾ, ਜਿਹੜਾ ਕਿ ਦੇ ਲੈਵਲ ਤੇ ਘੱਟ, ਬੀਜੇਪੀ ਪਾਰਟੀ ਪੱਧਰ ਤੇ ਜ਼ਿਆਦਾ ਦਿਖਿਆ। ਉਹ ਤੋਂ ਬਾਅਦ ਇੱਕ ਸਰਕਾਰੀ ਬੈਠਕ ਦਿਖਦੀ ਹੈ, ਜਿਹੜੀ ਬੈਠਕ 'ਚ ਤਕਰਾਰ ਵੀ ਹੈ ਨਾ, ਸਾਰਾ ਕੁਝ ਹੁੰਦਾ। ਉਸ ਬੈਠਕ ਦੇ ਵਿੱਚ ਗੁਲਾਬ ਚੰਦ ਕਟਾਰੀਆ ਪੰਜਾਬ ਦੇ ਰਾਜਪਾਲ ਵੀ ਨੇ ਤੇ ਪ੍ਰਧਾਨ ਮੰਤਰੀ ਨੂੰ ਮਿਲਦੇ ਵੀ ਨੇ ਜੀ। ਤੇ ਉਹ ਕਹਿੰਦੇ ਜੀ ਕਿ ਮੈਂ ਮੁੱਖ ਮੰਤਰੀ ਭਗਵੰਤ ਮਾਨ ਦਾ ਹਾਲ ਆਪਣੇ ਵੱਲੋਂ ਨਹੀਂ ਜਾਣਨ ਆਇਆ, ਤਾਂ ਡਿਊਟੀ ਪ੍ਰਧਾਨ ਮੰਤਰੀ ਜੀ ਨੇ ਲਾਈ ਹੈ। ਉਹਨਾਂ ਨੇ ਕਿਹਾ ਸੀਗੇ ਮੈਨੂੰ ਕਿ ਜਾਂਦੇ ਹੀ ਪਹਿਲਾਂ ਉਹਦਾ ਹਾਲ ਪੁੱਛਿਓ, ਇਹ ਤੋਂ ਪਹਿਲਾਂ ਕਿ ਮੈਂ ਦਿੱਲੀ ਉਤਰਾਂ, ਮੈਨੂੰ ਉਤਰਦੇ ਤੋਂ ਪਹਿਲਾਂ ਉਹਦਾ ਹਾਲ ਜਾਣਨਾ ਹੈ। ਠੀਕ ਹੈ। ਤੇ ਕਹਿੰਦੇ ਮੈਂ ਰਾਤ ਤਾਂ ਨਹੀਂ ਆ ਸਕਿਆ, ਹੁਣ ਮੈਂ ਸਵੇਰੇ ਜਿੱਦਾਂ ਹੀ ਹਾਲ ਚਾਲ ਜਾਣ ਕੇ ਮੈਂ ਮੋਦੀ ਜੀ ਨੂੰ ਦੱਸਣਾ। ਕਹਿੰਦੇ ਕਿ ਮੈਂ ਭਗਵੰਤ ਮਾਨ ਨੂੰ ਮਿਲਿਆ, ਮੈਂ ਉਹਨੂੰ ਦੱਸਤਾ ਕਿ ਪ੍ਰਧਾਨ ਮੰਤਰੀ ਜੀ 2-3 ਵਾਰ ਪੁੱਛ ਕੇ ਗਏ ਨੇ ਤੁਹਾਡਾ ਹਾਲ, ਬਾਰ-ਬਾਰ ਮੈਨੂੰ ਪੁੱਛ ਰਹੇ ਸੀ। ਸੋ ਇਸ ਤਰੀਕਾ ਕਾਰਨ ਉਹਨਾਂ ਨੇ ਮੀਡੀਆ ਨੂੰ ਵੀ ਗੱਲ ਦੱਸੀ, ਤੇ ਉਹ ਤੋਂ ਬਾਅਦ ਉਹ ਵੀ ਹਵਾਈ ਦੌਰਾ ਕਰਨ ਫਿਰ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਚਲੇ ਗਏ। ਪਰ ਉਹਨਾਂ ਦੀ ਇਸ ਬਿਆਨ ਨੇ ਤੇ ਇਸ ਮੁਲਾਕਾਤ ਨੇ ਆਮ ਆਦਮੀ ਪਾਰਟੀ ਦੇ ਸਿਆਸੀ ਗਲਿਆਰੇ 'ਚ ਨਵੀਂ ਚਰਚਾ ਛੇੜਤੀ। ਕਿਤੇ ਜੀ ਬੰਦੇ ਤਾਂ ਨਹੀਂ ਗਿਣਨ ਆਏ ਸੀ ਰਾਜਪਾਲ ਕਿ ਕਿੰਨੇ ਨੇ ਤੇਰੇ ਕੋਲ ਭਾਈ? ਫਲੋਰ ਟੈਸਟ ਵੀ ਤਾਂ ਫਿਰ ਰਾਜਪਾਲ ਨਹੀਂ ਕਰਾਉਣਾ ਹੁੰਦਾ ਜੇ ਹੋਵੇ। ਸਹੀ ਗੱਲ। ਸੋ ਕਿਤੇ ਇਹ ਤਾਂ ਨਹੀਂ ਕਹਿੰਦੇ ਪੁੱਛਣ ਆ ਗਏ, ਕਿਉਂਕਿ ਚਰਚਾ ਪੈ ਰਹੀ ਹੈ ਕਿ ਭਗਵੰਤ ਮਾਨ ਤੋਂ ਅਮਿਤ ਸ਼ਾਹ ਵੀ ਪੁੱਛਦਾ ਰਿਹਾ ਕਿ ਤੇਰੇ ਕੋਲ ਕਿੰਨੇ ਬੰਦੇ ਨੇ। ਸਹੀ। ਹੁਣ ਕੀ ਰਾਜਪਾਲ ਰਾਹੀਂ ਪੁੱਛਿਆ ਜਾ ਰਿਹਾ? ਕੀ ਭਗਵੰਤ ਮਾਨ ਪਾਲਾ ਬਦਲਣਾ ਚਾਹੁੰਦੇ ਨੇ? ਕੀ ਇਸ ਬਿਮਾਰੀ ਨੂੰ ਵੀ ਨਾਰਾਜ਼ਗੀ ਸਮਝੀਏ? ਪਿਛਲੀ ਵਾਰ ਇਸੇ ਮਹੀਨੇ ਜਦੋਂ ਭਗਵੰਤ ਮਾਨ ਇਸੇ ਹਸਪਤਾਲ ਦਾਖਲ ਸੀ, ਹਾਂਜੀ, ਤਾਂ ਹਫ਼ਤਾ ਖੰਡ 10 ਦਿਨ ਕੋਈ ਦੇਖਣ ਪੁੱਛਣ ਨਹੀਂ ਆਇਆ ਸੀ ਪਾਰਟੀ ਦਾ। ਸਹੀ ਹੈ, ਬਿਲਕੁਲ। ਕਿਸੇ ਮਨ ਦੀ ਹਿੰਮਤ ਵੀ ਨਹੀਂ ਪਈ ਸੀ ਕਿ ਹਾਲ ਜਾਣਨ ਲਵੇ। ਪ੍ਰਗਟ ਸਿੰਘ ਹੋਰੀ ਗਏ ਸੀ ਸਭ ਤੋਂ ਪਹਿਲਾਂ ਮੇਰੇ ਖਿਆਲ, ਤੇ ਉਹ ਤੋਂ ਬਾਅਦ ਫਿਰ ਦਿੱਲੀ ਵਾਲਿਆਂ ਨੇ ਜਦੋਂ ਮਾੜੀ ਮੋਟੀ ਹਾਮੀ ਭਰੀ ਤਾਂ ਗੱਲ ਨੇੜੇ ਲੱਗੀ। ਸਭ ਨੂੰ ਪਤਾ ਸੀ ਕਿ ਸਿਆਸੀ ਨਾਰਾਜ਼ਗੀ ਆ, ਕਿਉਂਕਿ ਭਗਵੰਤ ਮਾਨ ਬਾਰੇ ਸਭ ਨੂੰ ਪਤਾ ਕਿ ਜਦੋਂ ਗੁੱਸੇ ਹੁੰਦਾ ਫਿਰ ਉਹ ਕਿਤੇ ਨਾ ਕਿਤੇ ਲੁੱਕੇ ਬਹਿ ਜਾਂਦਾ, ਕਿਤੇ ਨਾ ਕਿਤੇ। ਪਹਿਲਾਂ ਵੀ ਜਦੋਂ ਮੁੱਖ ਮੰਤਰੀ ਨਹੀਂ ਐਲਾਨਦੇ ਸੀ, ਪਿੰਡ ਜਾ ਕੇ ਬੈਠ ਗਿਆ ਸੀ। ਤੇ ਪਰ ਇਸ ਵਾਰ
ਜਿੱਦਾਂ ਹੀ ਭਗਵੰਤ ਮਾਨ ਹਸਪਤਾਲ ਦਾਖਲ ਹੁੰਦੇ ਨੇ, ਲਾਈਨ ਲੱਗਦੀ ਹੈ ਲੰਬੀ। ਸਹੀ। ਦਿੱਲੀ ਵਾਲੇ ਵੀ ਆਉਂਦੇ ਨੇ, ਉਰੇ ਵਾਲੇ ਵੀ ਆਉਂਦੇ ਨੇ, ਹੈ ਨਾ। ਤੇ ਉਹ ਤੋਂ ਬਾਅਦ ਹੁਣ ਰਾਜਪਾਲ ਸਾਹਿਬ ਵੀ ਆ ਗਏ ਇਸ ਵਾਰ ਤਾਂ। ਸੋ ਮੰਨਿਆ ਇਹ ਜਾ ਰਿਹਾ ਹੈ, ਇਹ ਸਿਆਸੀ ਇਹਨਾਂ ਦੀ ਉਹ ਤਰ੍ਹਾਂ ਦਾ ਮੰਨਣਾ ਹੈ ਕਿ ਸ਼ਾਇਦ ਰਾਜਪਾਲ ਮੋਦੀ ਦਾ ਕੋਈ ਸੁਨੇਹਾ ਲੈ ਕੇ ਆਏ ਸੀ। ਰਾਜਪਾਲ ਕਹਿੰਦੇ ਜੀ ਮੈਂ ਤਾਂ ਮੋਦੀ ਦਾ ਇੰਨਾ ਹੀ ਸੁਨੇਹਾ ਲੈ ਕੇ ਆਇਆ ਕਿ ਉਹਨਾਂ ਨੇ ਹਾਲ ਜਾਣਨਾ ਚਾਹਿਆ ਸੀ, ਮੈਂ ਹਾਲ ਪੁੱਛਣਾ ਹੈ। ਠੀਕ ਹੈ। ਹੁਣ ਇਹ ਭਗਵੰਤ ਮਾਨ ਦਾ ਹਾਲ ਪੁੱਛ ਕੇ ਗਏ ਨੇ ਕਿ ਉਹਨਾਂ ਦੀ ਪਾਰਟੀ ਦਾ ਹਾਲ ਪੁੱਛ ਕੇ ਗਏ ਨੇ, ਜਾਂ ਸਿਆਸੀ ਤੌਰ ਦੇ ਉੱਤੇ ਸਰਕਾਰ ਦਾ ਹਾਲ ਪੁੱਛ ਕੇ ਗਏ ਨੇ। ਇਹ ਤਾਂ ਰਾਜਪਾਲ ਤੇ ਭਗਵੰਤ ਮਾਨ ਹੀ ਜਾਣਦੇ। ਹਾਂਜੀ ਬਿਲਕੁਲ, ਪਰ ਉਹ ਤਾਂ ਜੋ ਮਰਜ਼ੀ ਕਰਕੇ ਗਏ ਨੇ, ਪਰ ਭਗਵੰਤ ਮਾਨ ਦੀ ਪਾਰਟੀ ਨੂੰ ਸੁਨੇਹਾ ਚਲਿਆ ਗਿਆ ਵੀ ਤਾਰਾਂ ਕੱਚੀਆਂ ਨਹੀਂ ਜੁੜੀਆਂ, ਉੱਥੇ ਪੈਂਚਰ ਪੱਕੇ ਲਾਈ ਬੈਠੇ ਨੇ ਭਗਵੰਤ ਮਾਨ। ਇਹ ਤਾਂ ਬਹੁਤ ਚਿਰ ਦੀ ਚਰਚਾ ਚੱਲਦੀ ਹੈ ਜੀ ਵੀ ਅਮਿਤ ਸ਼ਾਹ ਦੇ ਬਹੁਤ ਕਰੀਬੀ ਨੇ, ਅਮਿਤ ਸ਼ਾਹ ਦੇ ਨਾਲ ਚੰਗੀ ਗੰਢ ਧੁੱਪ ਆ, ਅਮਿਤ ਸ਼ਾਹ ਦੇ ਨਾਲ ਪੂਰੀ ਸਿਆਸੀ ਤੌਰ ਤੇ ਬਣਦੀ। ਇਸੇ ਕਰਕੇ ਤਾਂ ਦਿੱਲੀ ਦੇ ਮਾਮਲੇ 'ਚ ਕੋਈ ਸਵਾਲ ਨਹੀਂ ਖੜਾ ਕਰਦੇ ਦਿੰਦੇ। ਆਪਾਂ ਦੇਖਿਆ ਕਦੇ ਭਾਖੜੇ ਉੱਤੇ ਡੈਮ ਉੱਤੇ ਚਾਬੀਆਂ ਲੈ ਕੇ ਚਲੇ ਜਾਂਦੇ ਨੇ, ਧਰਨਾ ਲਾਉਣ ਚਲੇ ਜਾਂਦੇ ਨੇ, ਕਦੇ ਦਿੱਲੀ ਨੂੰ ਗੱਡੀ ਕੀਤੀ ਹੈ। ਤੁਸੀਂ ਦੱਸਦੇ ਤਾਂ ਰਹੇ ਆ ਸਾਨੂੰ ਕਿ ਭਾਈ ਤੇਰੇ ਕੋਲ ਸੰਵਿਧਾਨਿਕ ਪੈਨ ਆ, ਸੰਵਿਧਾਨਿਕ ਲੜਾਈ ਲੜ। ਇਹ ਥੋੜੋ ਗਲੀ ਦੀ ਲੜਾਈ ਥੋੜੋ ਆਹੋ ਕੋਈ ਜੀ। ਅਗਲੀ ਗੱਲ ਕਰੀਏ ਹੜ੍ਹਾਂ ਦੀ। ਸ਼ਰਮਾ ਜੀ, ਇਹ ਬੜਾ ਗੰਭੀਰ ਇੱਕ ਮਾਮਲਾ ਹੈ। ਰਾਜਨੀਤਿਕ ਲੋਕਾਂ ਤੋਂ, ਸਿਆਸੀ ਪਾਰਟੀਆਂ ਦੇ ਆਗੂਆਂ ਤੋਂ, ਜਾਂ ਕਹਿ ਲਓ ਨੁਮਾਇੰਦਿਆਂ ਤੋਂ, ਲੋਕ ਇਹ ਤਵੱਕੋ, ਇਹ ਉਮੀਦ ਰੱਖਦੇ ਨੇ ਵੀ ਸੰਕਟ ਦੇ ਵੇਲੇ ਸਾਡੀ ਬਾਂਹ ਫੜਨਗੇ, ਸਾਡੇ ਕੰਮ ਆਉਣਗੇ ਤੇ ਸਾਡੀ ਗੱਲ ਕਰਨਗੇ ਇਹ। ਪਰ ਕਹਿੰਦੇ ਹੜ੍ਹਾਂ ਦੇ ਮਾਮਲੇ 'ਚ ਜਦੋਂ ਪੰਜਾਬ ਨੂੰ ਦੇਖੀਦਾ ਤਾਂ ਪੂਰਾ ਇਕਜੁੱਟ ਹੈ, ਪਰ ਸਿਆਸਤ ਕਹਿੰਦੇ ਇੱਕ ਸੁਰ ਵੀ ਹੈ ਨਹੀਂ ਗੀ, ਇਕਜੁੱਟਤਾ ਤਾਂ ਬਹੁਤ ਦੂਰ ਦੀ ਗੱਲ। ਪ੍ਰਵੀਨ ਜੀ, ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਵਿੱਚ ਜੀ ਕਹਿੰਦੇ ਜੀ ਹੜ੍ਹ ਮਾਰੇ ਖੇਤਰਾਂ ਦਾ ਹਾਲ ਜਾਣਨ ਤੋਂ ਬਾਅਦ ਪੈਕ ਲਾਉਣ ਦੀ ਨੀਅਤ ਨਾਲ ਆਏ ਸੀ। ਠੀਕ ਹੈ ਜੀ। ਵੈਸੇ ਸੀਨੀਅਰ ਪੱਤਰਕਾਰ ਨੇ ਜਸਪਾਲ ਸਿੰਘ ਸਿੱਧੂ, ਉਹ ਕਹਿੰਦੇ ਵੀ ਦਿੱਲੀ ਤੋਂ ਜਿਹੜਾ ਵੀ ਪੰਜਾਬ ਨੂੰ ਆਉਂਦਾ ਨਾ, ਜਾਂ ਕਿਤੇ ਵੀ ਸੂਬੇ ਨੂੰ ਜਾਂਦਾ, ਉਹ ਤੈਅ ਕਰਕੇ ਆਉਂਦਾ ਕਿ ਆਪਾਂ ਕੀ ਕਰਨਾ। ਸਹੀ ਹੈ। ਜਿਹੜਾ ਕਿ ਡਰਾਮਾ, ਉਹ ਤਾਂ ਕਹਿੰਦੇ ਕਿ ਜਿਹੜੇ ਸੀਨੀਅਰ ਪੱਤਰਕਾਰ ਵੀ ਕਹਿੰਦੇ ਆਉਂਦੇ, ਚੈਨਲ ਅਖਬਾਰਾਂ ਵਾਲੇ ਆਉਂਦੇ ਸੀ ਨਾ ਪਹਿਲਾਂ ਸਮੇਂ 'ਚ ਵੀ, ਕਹਿੰਦੇ ਉਹ ਵੀ ਇੱਥੇ 2-4 ਬੰਦਿਆਂ ਦਾ ਵਰਜਨ ਜਿਹਾ ਲੈ ਲੈਂਦੇ ਸੀ, ਹੈਨਾ। ਤੇ ਪਰ ਕਹਿੰਦੇ ਕਿ ਉਹ ਰਿਪੋਰਟ ਉਹਨਾਂ ਨੇ ਜੋ ਲਿਖਣੀ ਆ ਉਹ ਪਹਿਲਾਂ ਉਹਨਾਂ ਦੇ ਦਿਮਾਗ 'ਚ ਹੁੰਦੀ ਸੀ, ਲਿਖੀ ਹੋਣੀ। ਸਹੀ ਗੱਲ, ਬਿਲਕੁਲ ਸਹੀ। ਕਹਿੰਦੇ ਉਹੀ ਹਾਲ ਇਹਨਾਂ ਸਿਆਸੀ ਧਿਰਾਂ ਦਾ ਕਿ ਦਿੱਲੀ ਤੋਂ ਸੋਚ ਕੇ ਆਉਂਦੇ ਕਰਨਾ ਕੀ ਆ, ਹੁਣ ਤਾਂ ਡਰਾਮਾ ਕਰਦੇ ਆ। ਸਹੀ ਹੈ। ਪਰ ਜਦੋਂ ਤੁਹਾਨੂੰ ਪਤਾ ਹੈ ਕਿ ਤੁਹਾਡੇ ਮੁਲਕ ਦੇ ਪ੍ਰਧਾਨ ਮੰਤਰੀ ਨੇ ਆਉਣਾ ਹੈ, ਤੇ ਤੁਸੀਂ ਸਮੁੱਚੀਆਂ ਸਿਆਸੀ ਧਿਰਾਂ ਪੰਜਾਬ ਨੂੰ ਕੇਂਦਰ 'ਚ ਰੱਖ ਕੇ ਸਾਂਝਾ ਕੇਸ ਕਿਉਂ ਨਹੀਂ ਰੱਖ ਸਕੇ ਉਹਨਾਂ ਮੂਹਰੇ? ਸਹੀ ਹੈ। ਜੇ ਸਾਡੀ ਸੱਤਾਧਾਰੀ ਜਮਾਤ ਨਲਾਇਕ ਤੇ ਕਮਜ਼ੋਰ ਹੈ, ਤਾਂ ਫਿਰ ਅਕਲ ਤਾਂ ਉਹਦੇ ਵਿਰੋਧੀ ਧਿਰਾਂ ਨੂੰ ਵੀ ਨਹੀਂ ਹੈਗੀ। ਸਹੀ ਗੱਲ ਹੈ, ਬਿਲਕੁਲ ਜੀ। ਭੱਲੇ ਸਮਝ ਤਾਂ ਉਹਨਾਂ ਦੇ ਵੀ ਨਹੀਂ ਹੈਗੀ। ਜੇ ਮੁੱਖ ਮੰਤਰੀ ਸੱਤਾਧਾਰੀ ਧਿਰ ਬੈਠਕ ਨਹੀਂ ਕਰ ਪਾਉਂਦੀ ਆਪਣੀ ਕੈਬਨਿਟ ਦੀ, ਹਸਪਤਾਲ ਤੋਂ ਹੋ ਰਹੀ ਹੈ ਜੀ ਡਰਾਮਾ, ਇਹਦਾ ਮਤਲਬ ਮੁੱਖ ਮੰਤਰੀ ਤੋਂ ਬਾਅਦ ਸੈਕੰਡ ਲਾਈਨ ਕੋਈ ਬੰਦਾ ਹੀ ਨਹੀਂ ਜਿਹੜਾ ਮੀਟਿੰਗ ਬੁਲਾ ਸਕੇ। ਚਲੋ ਤੁਸੀਂ ਘੱਟੋ ਘੱਟ ਜੇ ਹੋਰ ਨਹੀਂ ਤਾਂ ਪ੍ਰਧਾਨ ਮੰਤਰੀ ਦੇ ਆਉਣ ਤੋਂ ਪਹਿਲਾਂ ਸਰਵ ਦਲ ਦੀ ਬੈਠਕ ਸੱਦਦੇ, ਤਾਂ ਕਿ ਬੀਜੇਪੀ ਦੇ ਸੁਰ ਅੱਡ ਨਾ ਰਹਿੰਦੇ, ਕਾਂਗਰਸੀਆਂ ਦੇ ਅੱਡ ਨਾ ਰਹਿੰਦੇ, ਅਕਾਲੀਆਂ ਦੇ ਅੱਡ ਨਾ, ਤੁਹਾਡੇ ਅੱਡ ਨਾ ਰਹਿੰਦੇ। ਸਹੀ ਹੈ। ਚਲੋ ਦੂਜੀਆਂ ਪਾਰਟੀਆਂ ਛੱਡੋ, ਤੁਹਾਡੀ ਤਾਂ ਸਰਕਾਰ ਦੇ ਮਤਲਬ 1 ਘੰਟਾ ਪਹਿਲਾਂ ਇੱਕ ਮੰਤਰੀ 13,000 ਕਰੋੜ ਮੰਗ ਰਿਹਾ, ਦੂਜੇ ਦਿਨ ਸਵੇਰ ਨੂੰ 15,000 ਕਰੋੜ ਮੰਗ ਰਿਹਾ, ਦੁਪਹਿਰ ਨੂੰ 20,000 ਕਰੋੜ ਮੰਗ ਰਹੇ ਹੋ, ਸ਼ਾਮ ਨੂੰ 25,000 ਕਰੋੜ ਮੰਗ ਰਹੇ ਹੋ। ਪਤਾ ਨਹੀਂ ਵੀ ਅੱਡੋ ਅੱਡ ਮਾਲਕ ਨੇ ਤੁਹਾਡੇ, ਜਿਹੜੇ ਅੱਡੋ ਅੱਡ ਸਕ੍ਰਿਪਟ ਭੇਜਦੇ ਤੁਹਾਨੂੰ। ਸਹੀ ਬਿਲਕੁਲ। ਕਿਹਦੇ ਤੋਤੇ ਹੋ ਤੁਸੀਂ? ਤਾਂ ਫਿਰ ਕੀ ਸੁਨੇਹਾ ਦਿੱਤਾ ਤੁਸੀਂ? ਚਲੋ ਪ੍ਰਧਾਨ ਮੰਤਰੀ ਜੀ ਆ ਗਏ, ਹੈ ਨਾ, ਜਿਨ੍ਹਾਂ ਨੂੰ ਲੱਗਦਾ ਸੀ ਕਿ ਲਓ ਜੀ ਢੋਲ ਤੇ ਡਗਾ ਮਾਰ ਕੇ ਪੰਜਾਬ 'ਚ ਬੀਜੇਪੀ ਵੱਢ ਰਹੀ ਆ, ਕੋਈ ਬੀਜੇਪੀ ਵਾਲਿਆਂ ਕੋਲ ਮੌਕਾ ਸੀ 2000 ਪਿੰਡਾਂ ਦੀ ਬਾਂਹ ਫੜਦੇ, 13,000 ਪਿੰਡ ਤੁਹਾਡੇ ਨਾਲ ਹੁੰਦੇ। ਸਹੀ ਹੈ। ਪਰ ਤੁਹਾਨੂੰ ਨਾ ਸਿਆਸੀ ਸਮਝ ਹੈ, ਜਾਂ ਫਿਰ ਤੁਹਾਡੇ ਅੰਦਰ ਚੜ੍ਹ ਇੰਨੀ ਆ। ਇਹਦਾ ਮਤਲਬ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਸਾਡੀਆਂ ਸਿਆਸੀ ਧਿਰਾਂ ਉਹਨਾਂ ਮੂਹਰੇ ਮਜ਼ਬੂਤੀ ਨਾਲ ਆਪਣਾ ਕੇਸ ਨਹੀਂ ਰੱਖ ਸਕੀਆਂ, ਤੇ ਉਹ ਵੀ ਪੰਜਾਬ ਨੂੰ ਕੁਝ ਦੇਣ ਨਹੀਂ ਆਏ ਸੀ। ਸਹੀ ਗੱਲ ਹੈ। ਹੁਣ ਉਹਨਾਂ ਦੇ ਜਾਣ ਤੋਂ ਬਾਅਦ ਖਾਸੀ ਸਿਆਸਤ ਫੇਰ ਭੱਜੀ। ਠੀਕ ਹੈ। ਕਹਿੰਦੇ ਜੀ 12,000 ਕਰੋੜ ਇਹਨਾਂ ਨੇ ਖਾ ਲਿਆ ਜੀ ਵੱਟ ਕੇ, ਇਹ ਤਾਂ ਨਹੀਂ ਉਹ ਚੋਂ ਫੰਡ ਕੱਢ ਰਹੇ ਜੀ। ਇਹ 12,000 ਕਰੋੜ ਦਾ ਹਿਸਾਬ ਦੇਣ ਜੀ ਕਿੱਥੇ ਹੈ ਜੀ, ਹੈ ਨਾ। ਇਹ ਜਿਹੜਾ ਪੈਸਾ ਪ੍ਰਧਾਨ ਮੰਤਰੀ ਨੇ ਭੇਜਣਾ ਜੀ ਉਹ ਸਿੱਧਾ ਖਾਤਿਆਂ 'ਚ ਆਵੇ ਜੀ ਲੋਕਾਂ ਦੇ, ਇਹਨਾਂ ਕੋਲ ਨਹੀਂ ਜਾਣਾ ਚਾਹੀਦਾ ਜੀ। ਪਹਿਲੀ ਗੱਲ ਤਾਂ ਸੁਖਬੀਰ ਬਾਦਲ, ਰਾਜਾ ਵੜਿੰਗ, ਹਰਸਿਮਰਤ ਕੌਰ ਬਾਦਲ ਇਹ ਲੰਮਾ ਸਮਾਂ ਸਿਆਸੀ ਸਫ਼ਰ ਤੈਅ ਕਰਦੇ ਆਏ ਨੇ। ਹਰਸਿਮਰਤ ਲਗਾਤਾਰ ਕੇਂਦਰੀ ਮੰਤਰੀ ਵੀ ਰਹਿ ਲਈ, MP ਵੀ ਚੱਲੀ ਆ ਰਹੀ ਆ,
ਸੁਖਬੀਰ ਸਿੰਘ ਬਾਦਲ MP ਵੀ ਰਹਿ ਲਿਆ, ਕੇਂਦਰ 'ਚ ਮੰਤਰੀ ਵੀ ਰਹਿ ਲਿਆ ਵਾਜਪਾਈ ਦੀ ਸਰਕਾਰ 'ਚ, ਪੰਜਾਬ ਦੇ ਵਿੱਚ ਉਪ ਮੁੱਖ ਮੰਤਰੀ ਵੀ ਰਹਿ ਰਿਹਾ। ਪ੍ਰਕਾਸ਼ ਸਿੰਘ ਬਾਦਲ ਦੇ ਹੁੰਦਿਆਂ ਇੱਕ ਵਾਰ ਤਾਂ ਸਰਕਾਰ ਵੀ ਇੱਕ ਤਰ੍ਹਾਂ ਨਾਲ ਚਲਾ ਲਈ, ਮੁੱਖ ਮੰਤਰੀ ਰਹਿ ਗਈ। ਸਹੀ ਤੇ ਰਾਜਾ ਵੜਿੰਗ ਹੈ ਨਾ, ਮਤਲਬ ਕਿ ਮੰਤਰੀ ਰਹਿ ਲਿਆ, ਲਗਾਤਾਰ MLA ਰਿਹਾ। ਤੇ ਇਹਨਾਂ ਸਾਰਿਆਂ ਨੂੰ ਇੰਨੀ ਰੱਤਾ ਵੀ ਸਮਝ ਨਹੀਂ ਗਈ ਕਿ ਭਾਈ ਉਹ ਜਿਹੜਾ 12,000 ਕਰੋੜ ਹੈ ਉਹਦੇ ਨਿਯਮ ਇਹੋ ਜਿਹੇ ਨੇ, ਉਹ ਪਿਆ ਹੀ ਹੈ। ਸਹੀ ਹੈ, ਉਹ ਕਹਿੰਦੇ ਬੰਦਾ ਕੰਜੂਸ ਬਹੁਤ ਸੀ ਤੇ ਦੇਸੀ ਘਿਓ ਦਾ ਡੱਬਾ ਉਹਨੇ ਰੋਟੀ ਖਾਣ ਲੱਗੇ ਗੱਭੇ ਰੱਖ ਲੈਣਾ, ਹੈ ਨਾ, ਉਹਨੂੰ ਦੇਖ ਕੇ ਰੋਟੀ ਖਾ ਲਿਆ ਕਰਨੀ। ਇੱਕ ਦਿਨ ਨੇ ਉਹਨੂੰ ਵਾਂਢੇ ਜਾਣਾ ਪੈ ਗਿਆ ਤੇ ਉਹ ਡੱਬੇ ਨੂੰ ਅਲਮਾਰੀ 'ਚ ਰੱਖ ਕੇ ਤਾਲਾ ਲਾ ਗਿਆ, ਹੈ ਨਾ। ਘਰਦਿਆਂ ਨੂੰ ਆ ਕੇ ਪੁੱਛਿਆ ਕਿ ਰੋਟੀ ਕਿਵੇਂ ਖਾਧੀ? ਉਹ ਕਹਿੰਦੇ ਅਸੀਂ ਅਲਮਾਰੀ ਨੂੰ ਫੁਲਕਾ ਘਸਾ ਲੈਂਦੇ ਸੀ ਬਸ। ਤੇ ਉਹਨੇ ਕਹਿੰਦਾ ਟੱਬਰ ਢਾ ਲਿਆ ਕਿ ਸਾਲੋ ਇੱਕ ਦਿਨ ਬਿਨਾਂ ਤੋਂ ਦੇਸੀ ਘਿਓ ਰੋਟੀ ਨਹੀਂ ਖਾਓਗੀ। ਸਹੀ ਗੱਲ ਆ, ਬਿਲਕੁਲ। ਉਹ ਮਤਲਬ ਕਿ ਸਾਡਾ ਉਹ ਹਾਲ ਸਾਡੇ ਇਹਨਾਂ ਲੀਡਰਾਂ ਦਾ, ਇਹਨਾਂ ਨੂੰ ਇੰਨਾ ਪਤਾ ਹੀ ਨਹੀਂਗਾ ਕਿ 12,000 ਕਰੋੜ ਤੁਸੀਂ ਨਹੀਂ ਵਰਤ ਸਕਦੇ ਕੇਂਦਰ ਦੀ ਮਨਜ਼ੂਰੀ ਤੋਂ ਬਿਨਾਂ। ਸਹੀ ਹੈ। ਨਾ ਤਾਂ ਰਾਸ਼ਟਰੀ ਆਫਤ ਐਲਾਨਿਆ, ਨਾ ਉਹਦੇ ਜਿਹੜੇ ਮਤਲਬ ਕਿ ਡਿਜ਼ਾਸਟਰ ਵਾਲੇ ਫੰਡ ਦੇ ਨਿਯਮ ਨੇ, ਉਹਨਾਂ ਨਿਯਮਾਂ ਦੇ ਤਹਿਤ ਉਹਦੇ ਵਿੱਚੋਂ ਕੱਢਿਆ ਜਾ ਸਕਦਾ। ਨਵਾਂ ਪੈਸਾ ਛੱਡੋ, ਫੁੱਟੀ ਕੌਡੀ ਨਹੀਂ ਕੱਢ ਸਕਦੀ ਪੰਜਾਬ ਸਰਕਾਰ ਉਹਦੇ ਵਿੱਚੋਂ। ਜੇ ਸੱਚਮੁੱਚ ਮੋਦੀ ਜੀ ਕਹਿ ਕੇ ਤਾਂ ਚਲੇ ਗਏ ਕਿ 12,000 ਕਰੋੜ ਰੁਪਇਆ, ਉਹ ਤੋਂ ਸਿਆਸਤ ਭਾਗੀ। ਮੋਦੀ ਜੀ ਚਿੱਠੀ ਲੈ ਕੇ ਆਉਂਦੇ ਕਿ ਮੈਂ ਨਿਯਮ ਸੋਧ ਕੇ ਲਿਆਇਆ, ਨਿਯਮ ਨਰਮ ਕਰਕੇ ਲਿਆਇਆ, ਤੁਹਾਡੇ ਪੰਜਾਬ ਦੇ ਅਨੁਕੂਲ ਕਰਕੇ ਲਿਆਇਆ, ਚੱਕੋ ਵਰਤੋ ਪੈਸਾ। ਨਾ ਉਹ ਚੋਂ ਪੈਸਾ ਛੇੜਿਆ ਜਾ ਸਕਦਾ, ਨਾ ਕਢਾਇਆ ਜਾ ਸਕਦਾ, ਨਾ ਇਹਨਾਂ ਹੜ ਪੀੜਤਾਂ ਲਈ ਵਰਤਿਆ ਜਾ ਸਕਦਾ। ਫਿਰ ਇਹ ਘਟੀਆ ਸਿਆਸਤ ਕਿਉਂ? ਸਹੀ ਹੈ। ਉਲਟਾ ਤੁਸੀਂ ਕੇਂਦਰ ਦੇ ਗੱਲ ਪਾਓ ਕਿ ਮਨਜ਼ੂਰੀ ਦਿਓ ਜੀ 12,000 ਕਰੋੜ ਵਰਤਣ ਦੀ। ਦੂਜਾ, ਫਿਰ ਹੁਣ ਇਹ ਮੁੱਦਾ ਬਣਾ ਰਹੇ, ਰਾਜਾ ਵੜਿੰਗ ਵੀ ਕਹਿ ਰਿਹਾ, ਮੈਂ ਹਰਸਿਮਰਤ ਨੂੰ ਵੀ ਦੇਖ ਰਿਹਾ ਸੀ, BJP ਵਾਲਾ ਨੇ ਵੀ ਕਹਿੰਦੀ ਸ਼ਿਕਾਇਤ 'ਚ ਪ੍ਰਧਾਨ ਮੰਤਰੀ ਨੂੰ ਕਿਹਾ ਜੀ, ਉੱਥੇ ਕਿਸਾਨਾਂ ਤੋਂ ਵੀ ਕਹਾ ਜੀ, ਉੱਥੇ ਸੁਖਬੀਰ ਬਾਦਲ ਵੀ ਕਹਿ ਰਿਹਾ, ਰਾਜਾ ਵੜਿੰਗ ਵੀ ਬੋਲ ਰਿਹਾ ਕਿ ਜੀ ਜਿਹੜੇ ਪੈਸੇ 1600 ਕਰੋੜ ਭੇਜਣੇ ਆ ਉਹ ਸਿੱਧੇ ਖਾਤਿਆਂ 'ਚ ਆਉਣ। ਯਾਨੀ ਹਰਪ੍ਰੀਤ ਸਿੰਘ ਨੇ ਵੀ ਇਹ ਮੰਗ ਕੀਤੀ ਹੈ। ਠੀਕ ਹੈ। ਸਰਦਾਰ ਹਮੀਰ ਸਿੰਘ ਜੀ ਸੀਨੀਅਰ ਪੱਤਰਕਾਰ ਨੇ, ਉਹ ਕਹਿੰਦੇ ਤੁਸੀਂ ਖੁਦੇ ਕੇਂਦਰੀਕਰਨ ਦੀ ਹਾਮੀ ਭਰੀ ਜਾਂਦੇ ਹੋ, ਆਪਣੇ ਆਪ ਨੂੰ ਖੇਤਰੀਆਂ ਪਾਰਟੀਆਂ ਦੱਸਦੇ। ਸਹੀ ਗੱਲ ਹੈ, ਬਿਲਕੁਲ। ਤੁਸੀਂ ਤਾਂ ਡਾਇਰੈਕਟ ਆਪਣੇ ਹੱਥ ਵੱਢ ਕੇ ਉਹਨਾਂ ਦੇ ਹੱਥ 'ਚ ਫੜਾ ਰਹੇ ਹੋ, ਤੁਸੀਂ ਤਾਂ ਆਪ ਹੀ ਪੰਜਾਬ ਦੀ ਬਾਗਡੋਰ ਉਹਨਾਂ ਨੂੰ ਫੜਾ ਰਹੇ ਹੋ। ਮਤਲਬ ਤੁਸੀਂ ਇਹਦਾ ਮਤਲਬ ਖੁਦ ਹੀ ਸੂਬਿਆਂ ਦੀਆਂ ਸਰਕਾਰਾਂ ਦਾ ਭੋਗ ਪਾਉਣ ਨੂੰ ਫਿਰਦੇ ਹੋ। ਅਸੀਂ ਪੰਚਾਇਤੀ ਰਾਜ ਦੀਆਂ ਗੱਲਾਂ ਕਰਦੇ ਹਾਂ, ਹੈ ਨਾ। ਤੁਸੀਂ ਮਤੇ ਪਾ ਕੇ ਆਉਣੇ ਹੋ ਅਨੰਦਪੁਰ ਸਾਹਿਬ ਵਾਲਾ ਮਤੇ ਦੇ ਲਾਗੂ ਕਰਨ ਦੇ, ਤੇ ਤੁਸੀਂ ਕੇਂਦਰੀਕਰਨ ਵੱਲ ਪਹਿਲ ਕਦਮੀ ਕਰ ਰਹੇ ਹੋ। ਤੁਸੀਂ ਕਹੋ ਕੇਂਦਰ ਨੂੰ ਕਿ 1600 ਨਹੀਂ ਜੀ 16,000 ਕਰੋੜ ਭੇਜੋ, ਅਸੀਂ ਪੈਰਾ ਰੱਖਾਂਗੇ, ਇੱਕ ਪੈਸਾ ਨਹੀਂ ਖਾਣ ਦਿੰਦੇ ਇਹਨਾਂ ਨੂੰ। ਨਿਭਾਓ ਨਾ ਆਪਣੀ ਜ਼ਿੰਮੇਵਾਰੀ। ਸਹੀ ਗੱਲ। ਤੁਸੀਂ ਕੇਂਦਰੀਕਰਨ ਦੀ ਹਾਮੀ ਭਰੀ ਜਾਂਦੇ ਹੋ ਕਿ ਹਾਂ ਜੀ ਕੇਂਦਰ ਡਾਇਰੈਕਟ ਹੋ ਜਾਵੇ, ਸੂਬਾ ਸਰਕਾਰ ਨੂੰ ਵਿੱਚੋਂ ਬਾਈਪਾਸ ਕਰ ਦਿਓ। ਉਹ ਤਾਂ ਪਹਿਲਾਂ ਹੀ ਕਰਨ ਨੂੰ ਫਿਰਦੇ ਨੇ ਸੂਬਿਆਂ ਨੂੰ ਬਾਈਪਾਸ। ਤੋ ਇਹ ਸਾਰੇ ਨੁਕਤੇ ਕਿਤੇ ਨਾ ਕਿਤੇ ਧਿਆਨ ਮੰਗਦੇ ਨੇ ਕਿ ਇਸ ਮੌਕੇ ਜਿਹੀ ਜੀ ਸਥਿਤੀ ਹੈ ਪੰਜਾਬ ਦੇ ਵਿੱਚ। ਹੁਣ ਪਤਾ ਲੱਗਣ ਲੱਗ ਗਿਆ, ਪਾਣੀ ਉਤਰਨ ਲੱਗ ਗਿਆ, ਪਸ਼ੂਆਂ ਦਾ ਸੰਭਾਲਣਾ ਵੱਡਾ ਮਸਲਾ ਬਣ ਗਿਆ, ਮਰੇ ਹੋਇਆਂ ਦਾ, ਹੈ ਨਾ। ਉਹ ਜਿਹੜੇ ਬਿਮਾਰੀਆਂ ਫੈਲਣ ਦਾ ਸ਼ੁਰੂ ਹੋ ਗਿਆ, ਉਹ ਪ੍ਰਕਿਰਿਆ ਬਹੁਤ ਵੱਡੀ ਆ। ਪਿੰਡਾਂ ਦੀ ਸਫਾਈ, ਨਾਲਿਆਂ ਦੀ ਸਫਾਈ, ਰੇਤਾ ਕੱਢਣਾ, ਗਾਦ ਕੱਢਣੀ, ਘਾਹ ਫੂਸ ਕੱਢਣਾ, ਉਹ ਜੋ ਹੜ ਕੇ ਆਇਆ, ਉਹ ਸਾਰਾ ਕੁਝ ਇੱਕ ਨਵੀਂ ਚੁਣੌਤੀ ਆ। ਕਈ ਇਲਾਕੇ ਤਾਂ ਇਹੋ ਜਿਹੇ ਨੇ ਜਿੱਥੇ ਲੱਗਦਾ ਸਾਲ ਲੱਗ ਜਾਊਗਾ ਖੇਤ ਨੂੰ ਖੇਤ ਬਣਾਉਣ ਲਈ। ਜੀ। ਤੇ ਇਹ ਸਾਰੀ ਸਥਿਤੀ ਦੇ ਵਿੱਚ ਪੰਜਾਬ ਇੱਕ ਸੁਰ ਵੀ ਹੈ, ਇੱਕ ਜੁੱਟ ਵੀ ਆ, ਪਰ ਸਾਡੀ ਸਿਆਸੀ ਤਰ੍ਹਾਂ ਇੱਕ ਜੁੱਟ ਤਾਂ ਦੂਰ ਦੀ ਗੱਲ, ਇੱਕ ਸੁਰ ਵੀ ਨਹੀਂ ਹੈਗੀਆਂ ਪੰਜਾਬ ਦੀ ਸਥਿਤੀ ਨੂੰ ਲੈ ਕੇ। ਅਫਸੋਸ ਜੀ। ਚੰਗਾ ਹੁੰਦਾ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਜੇ ਕੈਬਨਿਟ ਸੱਦ ਸਕਦੇ ਨੇ, ਸਰਬ ਪਾਰਟੀ ਮੀਟਿੰਗ ਸੱਦ ਲੈਂਦੇ, ਸਾਰੇ ਲੀਡਰਾਂ ਨੂੰ ਬਿਠਾ ਲੈਂਦੇ। ਪੰਜਾਬ ਦੇ 13 MP, 7-8 ਰਾਜ ਸਭਾ ਮੈਂਬਰ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲਦੇ, ਗੱਲਬਾਤ ਕਰਦੇ, 117 MLAs ਵੀ ਜਾਂਦੇ। ਪਤਾ ਲੱਗਦਾ ਕਿ ਹਾਂ ਇਹ ਲੋਕਾਂ ਦੇ ਲਈ ਖੜ ਰਹੇ ਨੇ, ਉਹਨਾਂ ਦੀ ਗੱਲ ਕਰ ਰਹੇ ਨੇ। ਪਰ ਤੁਸੀਂ ਸਹੀ ਕਿਹਾ ਵੀ ਇਹ ਲੋਕ ਕੇਂਦਰੀਕਰਨ ਨੂੰ ਹੱਲਾਸ਼ੇਰੀ ਦੇ ਰਹੇ ਨੇ। ਜੇ ਇਹਨਾਂ ਨੇ ਕਦੇ ਫੈਡਰਲਿਜ਼ਮ ਦੀ ਗੱਲ ਕੀਤੀ ਹੋਵੇ ਜਾਂ ਸੰਘੀ ਢਾਂਚੇ ਦੀ ਕੋਈ ਲੜਾਈ ਲੜੀ ਹੋਵੇ ਤਾਂ ਇਹਨਾਂ ਨੂੰ ਪਤਾ ਹੋਵੇ। ਇਹ ਤਾਂ ਖੁਦ ਕਹਿੰਦੇ ਨੇ ਕਸ਼ਮੀਰ ਦੇ ਵਿੱਚ 370 ਮਨਸੂਖ ਕਰਤੀ, ਠੀਕ ਹੈ, ਚੰਗੀ ਗੱਲ ਹੈ। ਇਹ ਤਾਂ ਖੁਦ ਕਹਿੰਦੇ ਨੇ ਵੀ ਜਿਹੜੀਆਂ ਕਾਂਗਰਸ ਨੇ ਕੋਈ ਕੇਂਦਰੀਕਰਨ ਰਾਹੀਂ ਕਦਮ ਪੁੱਟੇ ਆ, ਉਹ ਚੰਗੀ ਗੱਲ ਹੈ। ਮਨੀਸ਼ ਤਿਵਾੜੀ ਦਾ ਤੁਸੀਂ ਜ਼ਿਕਰ ਤਾਂ ਕੀਤਾ ਸੀਗਾ ਵੀ ਉਹ ਚੰਡੀਗੜ੍ਹ ਨੂੰ, ਹਾਂਜੀ, ਸੰਘੀ ਢਾਂਚੇ ਕਰਦੇ ਹੋ, ਇਹਨਾਂ ਦਾ ਆਪਣਾ ਕੋਈ ਢਾਂਚਾ ਹੀ ਨਹੀਂ, ਆਪਣਾ ਕੋਈ ਢਾਂਚਾ ਨਹੀਂ। ਬਿਲਕੁਲ ਜੀ। ਉਹ ਇਹਨਾਂ ਦੀ ਉਹ ਗੱਲ ਹੋਈ ਪਈ ਹੈ ਜੀ, ਸਿਰ ਤੇ ਨਹੀਂ ਕੁੰਡਾ ਤੇ ਹਾਥੀ ਫਿਰੇ ਲੁੰਡਾ। ਉਹ ਬਸ ਬਿਆਨਾਂ ਤੱਕ ਸਾਡਾ ਮੀਡੀਆ ਸੀਮਤ ਰਹਿ ਗਿਆ ਵੀ ਬਿਆਨ ਕਿਹਨੇ ਕੀ ਕਹਿਤਾ, ਕਿਹਨੇ ਕੀ ਕਹਿਤਾ, ਬਿਆਨਾਂ ਤੇ ਕਰੇ ਸੀਮਤ ਹੈ। ਇੱਥੋਂ ਤੱਕ ਸਿਆਸਤ ਇਹਨਾਂ ਦੀ। ਜਾਂਦੇ ਜਾਂਦੇ ਗੱਲ ਕਰੀਏ ਨੇਪਾਲ ਦੀ। ਨੇਪਾਲ ਦੇ ਵਿੱਚ ਜੋ ਵਾਪਰ ਰਿਹਾ ਬੜਾ ਗੰਭੀਰ ਹੈ, ਬੜਾ ਹੀ ਸੰਜੀਦਾ ਹੈ, ਕਿਉਂਕਿ ਕਾਫੀ ਲੋਕਾਂ ਦੀਆਂ ਮੌਤਾਂ ਹੋਈਆਂ। ਸ਼ਾਇਦ ਮੌਤਾਂ ਦਾ ਅੰਕੜਾ 2 ਦਰਜਨ ਦੇ ਕਰੀਬ ਹੈ। ਇਸ ਘਟਨਾਕ੍ਰਮ ਨੇ ਸਿਆਸੀ ਸਿਸਟਮ ਨੂੰ ਸ਼ੀਸ਼ਾ ਵੀ ਦਿਖਾਇਆ ਜੀ।
ਪ੍ਰਵੀਨ ਜੀ, ਜੋ ਸਥਿਤੀ ਇਸ ਮੌਕੇ ਨੇਪਾਲ 'ਚ ਹੈਗੀ ਆ, ਹਾਂਜੀ। ਜਿਸ ਤਰ੍ਹਾਂ ਉੱਥੋਂ ਸੋਸ਼ਲ ਮੀਡੀਆ ਦੇ ਹਵਾਲੇ ਨਾਲ ਉਹਦੇ ਤੇ ਬੈਨ ਲਾਉਣ ਦੀ ਪ੍ਰਕਿਰਿਆ, ਪਹਿਲਾਂ ਕੁਝ ਸਾਈਟਸ, ਫਿਰ ਸਮੁੱਚਾ ਸੋਸ਼ਲ ਮੀਡੀਆ ਬੈਨ ਕੀਤਾ। ਉਸ ਤੋਂ ਬਾਅਦ ਉਹ ਗਰਾਊਂਡ ਇਕੱਠੇ ਹੋ ਗਏ ਤੇ ਇੱਕ ਮੁਹਿੰਮ ਬਣ ਗਈ ਤੇ ਉਹ ਸਿਆਸੀ ਅਟੈਕ ਸ਼ੁਰੂ ਹੋ ਗਏ। ਰਾਸ਼ਟਰਪਤੀ, ਪ੍ਰਧਾਨ ਮੰਤਰੀ, ਉਹਨਾਂ ਦੇ ਘਰ, ਸਾਬਕਾ ਪੀਐਮਾਂ ਦੇ ਘਰ, ਉਹਨਾਂ ਦੀ ਪਤਨੀ, ਕਿਸੇ ਦੀ ਧੀ, ਕਿਸੇ ਦਾ ਪੁੱਤ, ਕਿਸੇ ਦਾ ਕੁਛ, ਸਾਰਾ ਕੁਝ ਸਾੜ ਫੂਕ ਹੋਇਆ। ਉਹ ਰੋਸ ਮੁਜ਼ਾਹਰਾ, ਰੋਸ ਅੰਦੋਲਨ ਹਥਿਆਰ ਮੂਵਮੈਂਟ 'ਚ ਵੀ ਬਦਲਿਆ। ਹਾਂਜੀ, ਬਿਲਕੁਲ। ਉਧਰੋਂ ਫੌਜੀ ਕਾਰਵਾਈ ਵੀ। ਅਸੀਂ ਇਸ ਅੱਗ ਜਣੀ ਦੇ, ਇਸ ਸਾੜ ਫੂਕ ਦੇ, ਇਸ ਬੰਦੇ ਮਾਰ ਮੁਹਿੰਮ ਦਾ ਮੈਂ ਹਾਮੀ ਨਹੀਂ ਹਾਂ। ਸਹੀ ਗੱਲ। ਪਰ ਸਿਆਸਤ ਨੂੰ ਇਹ ਹੁਣ ਸਮਝਣਾ ਪੈਣਾ ਕਿ ਤੁਸੀਂ ਲੋਕਾਂ ਨੂੰ ਮੂਰਖ ਬਣਾ ਕੇ ਜਾਂ ਮੂਰਖ ਸਮਝ ਕੇ ਨਹੀਂ ਚੱਲ ਸਕਦੇ। ਸਮੁੱਚਾ ਜਿਹੜਾ ਵਰਤਾਰਾ ਹੈ, ਉਹ ਨਵੀਂ ਪਨੀਰੀ, ਨਵੀਂ ਪੀੜ੍ਹੀ ਦੇ ਅੰਦਰ ਜੋ ਰੋਸਾ ਪਣਪ ਰਿਹਾ ਕਿ ਸਿਆਸੀ ਧਿਰ ਤੇ ਉਹਨਾਂ ਦੀ ਨੇੜਲੀ ਜਮਾਤ ਦਿਨੋਂ ਦਿਨ ਅਮੀਰ ਹੋ ਰਹੀ ਹੈ, ਉਹ ਐਸ਼ਪ੍ਰਸਤੀ ਹੈ, ਉਹਨਾਂ ਕੋਲ ਸਾਰਾ ਕੁਝ ਲਾ ਲਸ਼ਕਰ ਹੈ, ਮੌਜਾਂ ਨੇ, ਤੇ ਦੇਸ਼ ਗਰੀਬ ਹੈ, ਦੇਸ਼ ਆਟਾ ਦਾਲ ਤੇ ਲਾਇਆ ਹੈ, ਦੇਸ਼ ਇਹਨਾਂ ਸਕੀਮਾਂ ਤੇ ਲਾਇਆ, ਰੁਜ਼ਗਾਰ ਹੈ ਨਹੀਂਗਾ। ਸਹੀ। ਇਸ ਸਥਿਤੀ ਦੇ ਵਿੱਚ ਫਿਰ ਇਹੋ ਜਿਹਾ ਮਾਹੌਲ ਬਣਦਾ। ਪਰ ਹੁਣ ਤੱਕ ਸਾਡੀਆਂ ਸਿਆਸੀ ਜਮਾਤਾਂ ਜਿਵੇਂ ਕੰਟਰੋਲ ਕਰਦੀਆਂ ਸੀ, ਹਾਂਜੀ, ਲੋਕ ਸਹਿ ਲੈਂਦੇ ਸੀ, ਚੁੱਪ ਰਹਿ ਲੈਂਦੇ ਸੀ, ਉਹਨਾਂ ਨਵੀਂ ਪਨੀਰੀ ਮੇਲਾ ਦਾ ਚੁੱਪ ਰਹਿਣ ਵਾਲੀ ਨਹੀਂ। ਤੇ ਇਸ ਤਰ੍ਹਾਂ ਦੇ ਘਟਨਾਕ੍ਰਮ ਜੇ ਤੁਸੀਂ ਦੇਖੋ ਤਾਂ ਅਸੀਂ ਜਦੋਂ ਨਿਗਾਹ ਮਾਰਨੀ ਹੋਵੇ ਤਾਂ ਜਿਸ ਦਿਸ਼ਾ 'ਚ ਤੁਸੀਂ ਖੜੇ ਹੋ, ਤੁਸੀਂ ਉਸ ਪਾਸਿਓਂ ਖੜ ਕੇ ਦੇਖੋਗੇ। ਅਸੀਂ ਜੇ ਭਾਰਤ ਚਾਹੁੰਦਾ ਸੀ, ਭਾਰਤ ਵਾਲੇ ਪਾਸਿਓਂ ਖੜ ਕੇ ਦੇਖਦੇ ਹਾਂ। ਬਿਲਕੁਲ, ਸਹੀ ਹੈ। ਤਾਂ ਇੱਥੋਂ ਖੜ ਕੇ ਦੇਖਦੇ ਹਾਂ ਤਾਂ ਮੈਨੂੰ ਪਹਿਲਾਂ ਪਾਕਿਸਤਾਨ ਦਿਖਦਾ, ਉਹੀ ਜਿਹੇ ਹਾਲ 'ਚ, ਫਿਰ ਬੰਗਲਾਦੇਸ਼ ਦਿਖਦਾ, ਫਿਰ ਸ਼੍ਰੀਲੰਕਾ ਦਿਖਦਾ, ਫਿਰ ਮਾਲਦੀਪ ਹੈ, ਨੇਪਾਲ ਹੈ, ਸਾਰੇ ਪਾਸੇ ਉਹੀ ਹਾਲ ਹੈ ਜੀ ਸਾਡੇ ਤਾਂ। ਜੀ। ਕੱਲ ਤਾਂ ਫਰਾਂਸ ਦੀਆਂ ਵੀ ਖਬਰਾਂ ਆਉਣ ਲੱਗ ਪਈਆਂ। ਸਹੀ ਗੱਲ। ਤੋ ਇਹ ਨੇਪਾਲ ਦੀ ਘਟਨਾ ਨੇ ਮੈਨੂੰ ਇਹ ਲੱਗਦਾ ਕਿ ਸਮੁੱਚੇ ਸਿਆਸੀ ਸਿਸਟਮ ਨੂੰ ਸ਼ੀਸ਼ਾ ਦਿਖਾਇਆ, ਖਾਸ ਕਰ ਭਾਰਤ ਦੇ ਵਿੱਚ ਭਾਰਤੀ ਧਿਰਾਂ ਨੂੰ ਵੀ, ਸਿਆਸੀ ਧਿਰਾਂ ਨੂੰ ਇਹ ਦੇਖਣਾ ਪੈਣਾ ਕਿ ਅਸੀਂ ਜਵਾਬਦੇਹ ਹਾਂ। ਜੀ। ਸਾਡੇ 'ਚ ਪਾਰਦਰਸ਼ਤਾ, ਇਮਾਨਦਾਰੀ, ਸੱਚਾਈ ਹੋਣੀ ਚਾਹੀਦੀ ਆ, ਤੇ ਨਹੀਂ ਤਾਂ ਫਿਰ ਲੋਕਾਂ ਦਾ ਰੋਸਾ ਕਿਸੇ ਵੀ ਰੂਪ 'ਚ ਪਣਪ ਸਕਦਾ। ਆ ਜਿਹੜੇ ਡਰਾਮਾ ਕਰਦੇ ਆ ਨਾ ਕਿ 1600 ਕਰੋੜ ਦੇ ਦਿਆਂਗੇ, 4 ਲੱਖ ਦੇ ਦਿਆਂਗੇ, 2 ਲੱਖ ਦੇ ਦਿਆਂਗੇ, ਪੰਜਾਬ ਨੇ 10 ਦਾ ਇਕਜੁੱਟ ਹੋ ਕੇ, ਚਾਹੇ ਦੁਨੀਆ ਤੇ ਬੈਠਾ ਪੰਜਾਬੀ, ਉਹਨੇ ਚਾਹੇ ਮਤਲਬ ਕਿ ਕਣ ਦਾ ਯੋਗਦਾਨ ਪਾਇਆ, ਚਾਹੇ ਭੰਡਾਰੇ ਦਾ ਯੋਗਦਾਨ ਪਾਇਆ, ਉਹਨਾਂ ਨੇ 10 ਦਾ ਆਪਣਾ ਯੋਗਦਾਨ ਪਾ ਕੇ ਕਿ ਪੰਜਾਬ ਆਪਣਾ ਸਿਰ ਆਪ ਕੱਜਣਾ ਜਾਣਦਾ, ਸਿਆਸੀ ਧਿਰਾਂ ਦੀ ਸਾਨੂੰ ਲੋੜ ਵੀ ਨਹੀਂ, ਜਾਓ ਭੱਜੋ। ਸਹੀ ਗੱਲ ਹੈ ਜੀ, ਬਿਲਕੁਲ। ਤੋ ਜੇ ਪੰਜਾਬ ਅਜਿਹੇ ਮਸਲਿਆਂ ਲਈ ਇਕਜੁੱਟ ਹੋ ਸਕਦਾ, ਸਰਕਾਰਾਂ ਨੂੰ ਉਡੀਕਦਾ ਨਹੀਂ, ਜੇ ਸਰਕਾਰਾਂ ਵਾਲੇ ਪਾਸੇ ਨੂੰ ਸਿੱਧਾ ਹੋ ਗਿਆ, ਫਿਰ ਸਿੱਧਾ ਕਰ ਦੂਗਾ। ਜੀ, ਸਹੀ ਹੈ। ਪਰ ਉਹਦਾ ਤਰੀਕਾਕਾਰ ਦੇ ਲਈ ਪੰਜਾਬ ਅੱਜ ਵੀ ਲੋੜਵੰਦ ਹੈ ਕਿ ਸਾਡੇ ਕੋਲ ਸਿਆਸੀ ਜਮਾਤ ਮਜ਼ਬੂਤ ਹੋਵੇ। ਸਾਡੇ ਕੋਲ ਜੇ ਘਾਟ ਹੈ ਤਾਂ ਲੀਡਰਸ਼ਿਪ ਦੀ ਘਾਟ ਹੈ, ਸਾਡੇ ਇੱਛਾ ਸ਼ਕਤੀ ਦੀ ਘਾਟ ਨਹੀਂ ਹੈ, ਏਕੇ ਦੀ ਘਾਟ ਨਹੀਂ ਹੈ। ਅਸੀਂ ਮੁੱਦਾ ਆਧਾਰਿਤ ਇਕੱਠਾ ਹੋਣਾ ਜਾਣਦੇ ਹਾਂ, ਪਰ ਉਸ ਲੜਾਈ ਦੀ ਅਗਵਾਈ ਕੌਣ ਕਰੇ, ਉਹਨਾਂ ਦੀ ਘਾਟ ਹੈ। ਮੈਂ ਇਸ ਲਈ ਲੰਮੇ ਸਮੇਂ ਤੋਂ ਇਸ ਗੱਲ ਦੀ ਪੈਰਵੀ ਕਰਦਾ ਹਾਂ ਕਿ ਸਾਡੀਆਂ ਯੂਨੀਵਰਸਿਟੀਆਂ, ਕਾਲਜਾਂ ਦੀਆਂ ਚੋਣਾਂ ਹੋਣੀਆਂ ਚਾਹੀਦੀਆਂ, ਉਹ ਚੋਂ ਸਭ ਕੇ ਨਿਕਲੂਗਾ। ਪਰ ਇਹ ਜਾਣ ਬੁੱਝ ਕੇ ਨਹੀਂ ਚਾਹੁੰਦੀ ਸਿਆਸੀ ਜਮਾਤ। ਇਹ ਉਹੀ ਖਾਨਦਾਨੀ ਰਾਜ ਭਾਗ, ਜਿਵੇਂ ਨੇਪਾਲ 'ਚ ਰਾਜਿਆਂ ਦਾ ਰਾਜ ਹੈ ਨਾ, ਉਹਨੇ ਰਾਜਿਆਂ ਦਾ ਹੀ ਰਾਜ ਹੈ ਇੱਥੇ ਵੀ, ਸਾਡੇ ਇੱਥੇ ਵੀ। ਸਹੀ ਹੈ, ਬਿਲਕੁਲ। ਇਹ ਚਾਹੇ ਪੀੜ੍ਹੀ ਦਰ ਪੀੜ੍ਹੀ ਆਵੇ, ਚਾਹੇ ਇੱਕੋ ਵਿਚਾਰਧਾਰਾ ਚੋਂ ਨਿਕਲ ਕੇ ਅੱਗੇ ਤੋਂ ਅੱਗੇ ਆਵੇ। ਸਹੀ ਹੈ। ਇਸ ਲਈ ਇਸ ਸਿਆਸੀ ਜਮਾਤ ਨੂੰ ਵੀ ਸੋਚ ਕੇ ਕਦਮ ਵਧਾਉਣਾ ਚਾਹੀਦਾ ਕਿ ਆਂਢ ਗੁਆਂਢ 'ਚ ਜੋ ਅੱਗ ਬਲ ਰਹੀ ਹੈ ਨਾ, ਉਹ ਇੱਥੇ ਨਾ ਬਲੇ, ਤਾਂ ਉਹਦੇ ਲਈ ਸੱਚੇ ਸੁੱਚੇ ਜਲ ਦਾ ਛਿੱਟਾ ਹੋਣਾ ਜ਼ਰੂਰੀ ਹੈ। ਦੇਖੋ ਜੀ, ਗੱਲ ਇਹ ਆ ਵੀ ਲੋਕਾਂ ਦੇ ਅਸਾਸੇ ਲੁੱਟ ਲਏ ਇਹਨਾਂ ਨੇ, ਮਾਈਨਿੰਗ ਕਰਕੇ ਲੋਕਾਂ ਦੇ ਕਾਰੋਬਾਰਾਂ ਤੇ ਕਬਜ਼ੇ ਕਰ ਲਏ, ਲੋਕਾਂ ਨੂੰ ਨੌਕਰੀਆਂ ਤੱਕ ਨਹੀਂ, ਲੋਕਾਂ ਦੇ ਲਈ ਕੰਮ ਨਹੀਂ ਗਾ, ਕੋਈ ਹੋਰ ਨਵੇਂ ਕੋਈ ਕੰਮ ਤੋਰਨ ਦਾ ਕੋਈ ਰਾਹ ਨਹੀਂ ਦੀਂਦਾ, ਗੱਲ ਕਿਸੇ ਨੂੰ ਇਹ ਕਰ ਨਹੀਂ ਦਿੰਦੇ, ਪਰਚਿਆਂ ਦਾ ਡਰ ਹੈ। ਸੋ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਤੁਸੀਂ ਆਪਦੀ ਲੁਕਾਈ ਨੂੰ ਕਿੰਨਾ ਕੁ ਚਿਰ ਰੱਖ ਲਓ? ਉਹ ਜਿਹੜਾ ਵੈਕਿਊਮ ਬਣ ਰਿਹਾ, ਉਹਨੇ ਕਿਸੇ ਦਿਨ ਤਾਂ ਫਟਣਾ ਹੀ ਆ। ਉਹ ਕਿਸ ਰੂਪ 'ਚ ਫਟੂਗਾ ਤੇ ਕਿਹਦਾ ਸ਼ਿਕਾਰ ਕਰੂਗਾ, ਕਿਹਨੂੰ ਆਪਦੀ ਜ਼ਦ 'ਚ ਲੈ ਕੇ ਆਊਗਾ, ਕਿਸੇ ਨੂੰ ਨਹੀਂ ਪਤਾ ਹੁੰਦਾ। ਬਿਲਕੁਲ ਜਿਵੇਂ ਤੁਸੀਂ ਕਿਹਾ, ਸ਼੍ਰੀਲੰਕਾ ਦਾ ਜ਼ਿਕਰ ਕੀਤਾ, ਕਰਪਸ਼ਨ ਹੀ ਸੀ ਨਾ ਉੱਥੇ। ਸਾਰੇ ਜਿੰਨੇ ਸੰਬੰਧਿਤ ਕੰਮ ਸੀ ਇੱਕੋ ਘਰ ਦੇ ਕੋਲੇ ਸੀ, ਸਾਰੇ ਮਹਿਕਮੇ ਇੱਕੋ ਘਰ ਦੇ ਕੋਲੇ ਸੀਗੇ। ਇਹੀ ਸਾਰਾ ਕੁਝ ਕਰਪਸ਼ਨ ਦੇ ਚਾਰਜ ਜਾਂ ਕਰਪਸ਼ਨ ਦੇ ਜਿਹੜੇ ਦੋਸ਼ ਆ ਉਹ ਨੇਪਾਲ 'ਚ ਲੱਗ ਰਹੇ ਨੇ। ਪਾਕਿਸਤਾਨ ਦੇ ਸਿਆਸੀ ਹਾਲਾਤ, ਬੰਗਲਾਦੇਸ਼ 'ਚ ਸ਼ੇਖ ਹਸੀਨਾ ਦੀ ਸਰਕਾਰ ਦਾ ਹਸ਼ਰ ਦੇਖ ਲਓ। ਸੋ ਉਹ
ਇਸ ਵੇਲੇ ਜਨਤਾ ਚੁੱਪ ਜ਼ਰੂਰ ਆ, ਜਨਤਾ ਦੇ ਕੰਮਕਾਰ ਬਥੇਰੇ ਨੇ, ਪਰ ਜਿੱਦੇ ਜਨਤਾ ਨੂੰ ਇਹ ਕੰਮ ਸੁੱਝ ਗਿਆ ਉੱਥੇ ਹਾਲਾਤ ਕਿਸੇ ਦੇ ਕੰਟਰੋਲ 'ਚ ਨਹੀਂ ਰਹਿਣੇ। ਹਾਂ, ਨੁਕਸਾਨ ਆਮ ਲੋਕਾਂ ਦਾ ਹੀ ਹੋਣਾ। ਤੁਹਾਨੂੰ ਪਤਾ ਹੀ ਹੈ, ਰਾਜਨੇਤਾ ਬਚ ਕੇ ਨਿਕਲ ਜਾਂਦੇ ਨੇ ਇਹੋ ਜਿਹੀ ਜਦੋਂ ਵਿਪਤਾ ਆਉਂਦੀ ਹੈ, ਜਾਂ ਇਹੋ ਜਿਹਾ ਸਿਵਲ ਤੌਰ ਤੇ ਕੋਈ ਇਹੋ ਜਿਹੀ ਗੱਲ ਛਿੜਦੀ ਹੈ, ਸੰਘਰਸ਼ ਛਿੜਦਾ। ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਸ਼ਰਮਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA।